ਤਾਂ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਜਿਹੜੇ ਵਪਾਰੀ ਹੈਗੇ ਨੇ ਉਹ ਕੀ ਕਹਿ ਰਹੇ ਨੇ। ਇੱਕ ਗੱਲ ਤਾਂ ਸਾਫ਼ ਹੈ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਜ਼ਬਰਦਸਤ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਵਿਚਾਲੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜ ਰਹੇ ਹਾਂ ਹਰ ਰੋਜ਼ ਦੀ ਤਰ੍ਹਾਂ। ਤੇ ਅੱਜ ਦਾ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛਣਾ ਚਾਹੁੰਦੇ ਹਾਂ, ਸਵਾਲ ਇਹ ਹੈ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਕੀ ਜਾਇਜ਼ ਹੈ। ਬਹੁਤ ਸਿੱਧਾ ਸਵਾਲ ਹੈ, ਤੁਸੀਂ ਹਾਂ ਜਾਂ ਨਾ ਦੇ ਵਿੱਚ ਸਾਨੂੰ ਆਪਣੀ ਰਾਏ ਭੇਜ ਸਕਦੇ ਹੋ। ਸਵਾਲ ਮੈਂ ਇੱਕ ਵਾਰ ਫਿਰ ਤੋਂ ਦੁਹਰਾ ਦਵਾਂ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਜਾਇਜ਼ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਵੀਕਐਂਡ ਲਾਕਡਾਊਨ ਦਾ ਵਿਰੋਧ ਜਾਇਜ਼ ਹੈ ਤਾਂ ਤੁਸੀਂ ਆਪਣਾ ਜਵਾਬ ਹਾਂ ਦੇ ਵਿੱਚ ਭੇਜਣਾ ਹੋਏਗਾ। ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y ਤੇ ਜੇਕਰ ਤੁਹਾਡਾ ਜਵਾਬ ਨਹੀਂ ਦੇ ਵਿੱਚ ਹੈ ਤਾਂ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N ਇਸ ਨੂੰ ਭੇਜਣਾ ਤੁਸੀਂ 56677 ਦੇ ਉੱਤੇ 56677 ਉੱਤੇ। देखो हर चीज ਨੂੰ ਸਮਝਣ ਦੀ ਜ਼ਰੂਰਤ ਵੀ ਇੱਥੇ ਲਾਜ਼ਮੀ ਤੌਰ ਤੇ ਹੈਗੀ ਹੈ ਕਿ ਵਾਕਈ ਜੋ ਇਸ ਸਮੇਂ ਕੋਰੋਨਾ ਦਾ ਕਾਲ ਚੱਲ ਰਿਹਾ ਹੈ, ਸਰਕਾਰ ਜੋ ਫੈਸਲੇ ਲੈ ਰਹੀ ਹੈ ਕਿ ਉਸ ਦਾ ਵਿਰੋਧ ਜਾਇਜ਼ ਹੈ। ਦੂਜੇ ਪਾਸੇ ਜਿਹੜੇ ਦੁਕਾਨਦਾਰ ਨੇ ਜਾਂ ਜਿਨ੍ਹਾਂ ਦੇ ਕੰਮ ਧੰਦੇ ਰੋਜ਼ਗਾਰ ਠੱਪ ਹੋਏ ਨੇ ਉਹਨਾਂ ਨੂੰ ਵੀ ਸਮਝਣ ਦੀ ਲਾਜ਼ਮੀ ਤੌਰ ਤੇ ਜ਼ਰੂਰਤ ਹੈ ਕਿ ਉਹ ਲੋਕ ਕਿਉਂ ਇੰਨਾ ਜ਼ਿਆਦਾ ਦਿੱਕਤ ਮਹਿਸੂਸ ਕਰ ਰਹੇ ਨੇ। क्योंकि जेकर हर हफ्ते 2 दिन दुकाना बंद रहियां ने, महीने के 4 हफ्ते यानी कि 8 तो 9 दिन दुकाना बंद रहियां, शाम को 6:30 बजे तो बाद खुलदियां नहीं, तो सवाल तो यही है तो फिर काम चलेगा किवें। ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਕਾਨਦਾਰਾਂ ਨਾਲ ਜੋੜੀਏ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਹਾਲਾਤ ਦਿਖਾਈਏ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਸਰਕਾਰ ਤੱਕ ਵੀ ਪਹੁੰਚਾਈਏ। ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਜੁੜਨਗੇ, ਉਹਨਾਂ ਦੇ ਨਾਲ ਵੀ ਗੱਲਬਾਤ ਹੋਏਗੀ। ਸਿੱਧੇ ਸਵਾਲ, ਸਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਬਹੁਤ ਸਿੱਧੀ ਜੀ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਏ ਤੇ ਉਹੀ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਵੀਕਐਂਡ ਲਾਕਡਾਊਨ ਦੀ ਵਜ੍ਹਾ ਦੇ ਨਾਲ ਕਈ ਦੁਕਾਨਦਾਰ ਖਾਸ ਤੌਰ ਤੇ ਦਿੱਕਤ ਮਹਿਸੂਸ ਕਰ ਰਹੇ ਨੇ। ਜੇਕਰ ਉਹ ਦਿੱਕਤ ਮਹਿਸੂਸ ਕਰ ਰਹੇ ਨੇ ਤਾਂ ਫਿਰ ਸਰਕਾਰ ਦੇ ਕੋਲ ਪਲਾਨ ਕੀ ਹੈ। ਕੁਝ ਸਵਾਲ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ, ਉਸ ਸਵਾਲਾਂ ਦੇ ਉੱਤੇ ਹੀ ਸਾਡੀ ਅੱਜ ਦੀ ਕੇਂਦਰਿਤ ਹੋਏਗੀ ਪੂਰੀ ਚਰਚਾ। ਪਰ ਜੋ ਸਵਾਲ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ ਵਾਰ-ਵਾਰ ਉਸ ਦੇ ਉੱਤੇ ਹੀ ਆਵਾਂਗਾ ਕਿ ਵਿਰੋਧ ਜਾਇਜ਼ ਹੈ। ਜੇ ਵਿਰੋਧ ਜਾਇਜ਼ ਹੈ ਤਾਂ ਤੁਸੀਂ ਆਪਣੀ ਹਾਂ ਦੇ ਵਿੱਚ ਰਾਏ ਭੇਜ ਸਕਦੇ ਹੋ। शुरुआत करते हैं, साडे नाल इस समय मेहमान जुड़ चुके ने, साडे नाल कांग्रेस के नुमाइंदे कुछ ही पलों के जुड़नगे, उन्हां तों असीं सारे सवालों के जवाब लैण की कोशिश करांगे। पर साडे नाल सब तो पहला सरबजीत सिंह पारस जी जुड़ रहे हैं, जनरल सकत्तर ने व्यापार मंडल मोहाली दे। सरबजीत जी स्वागत है तुहाडा बहुत बहुत। सब तो पहला सवाल तुहानूं ही सर, करोना काल है, सरकार कई डॉक्टरां दे पैनल दे नाल मुलाकात करके मीटिंगां करके रिव्यू करके उस तो बाद कोई रूल इंप्लीमेंट कर दी है, कोई रूल जारी कर दी है, पर तुसी विरोध क्यों कर रहे हो? क्यों विरोध किया जा रहा है मोहाली दे विच या पंजाब दे विच वीकेंड लॉकडाउन दा? शुक्ला जी, पहला तो मैं तुहाडा धन्नवाद करदा कि तुसी मैनूं जिहड़ा अपने चैनल ते टाइम दिता ते मैं तुहानूं दसना चाहना लोकां दी समस्या नूं भी, क्योंकि मैं जनरल सैकटरी हां व्यापार मंडल डिस्ट्रिक्ट मोहाली तो, और हालात ਇਹ ਨੇ ਕਿ ਇਹ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਕਿਹੜੇ ਬੰਦਿਆਂ ਤੋਂ ਇਹਨਾਂ ਨੇ ਬਿਠਾ ਕੇ ਕਮੇਟੀ ਬਿਠਾ ਕੇ ਫੈਸਲੇ ਕੀਤੇ ਹੈ। ਕਿਉਂਕਿ ਨਾ ਤਾਂ ਸਾਡਾ ਕੋਈ ਨੁਮਾਇੰਦਾ, ਇੱਕ ਵੀ ਨੁਮਾਇੰਦਾ ਵਪਾਰੀਆਂ ਦਾ ਜਿਹੜੀ ਇਹਨਾਂ ਦੀ ਕਮੇਟੀ 'ਚ ਸ਼ਾਮਲ ਨਾ ਕਰਕੇ ਸਾਡੇ ਉੱਤੇ ਫੈਸਲੇ ਥੋਪੇ ਜਾ ਰਹੇ ਹੈ। ਔਰ ਹਾਲਾਤ ਇਹ ਨੇ, ਜ਼ਮੀਨੀ ਹਾਲਾਤ ਇੰਨੇ ਬੱਤਰ ਹੋਈ ਜਾ ਰਹੇ ਹੈ, ਇੰਨੇ ਬੱਤਰ ਹੋ ਰਹੇ ਹੈ ਕਿ ਤੁਹਾਨੂੰ ਕੀ ਦੱਸਾਂ ਮੈਂ ਕਿ ਲੋਕਾਂ ਦੇ ਅੰਦਰ ਖਾਣ ਨੂੰ ਪੈਸੇ ਨਿਗੇ, ਕਾਰੋਬਾਰ ਕਰਨ ਨੂੰ ਪੈਸੇ ਨਿਗੇ, ਕਿਰਾਇਆ ਦੇਣ ਨੂੰ ਪੈਸੇ ਨਿਗੇ, ਬਿਜਲੀ ਦੇ ਬਿੱਲ ਦੇਣ ਨੂੰ ਪੈਸੇ ਨਿਗੇ, ਠੀਕ ਹੈ, GST ਦੇਣ ਨੂੰ ਪੈਸੇ ਨਿਗੇ। ਜੇ ਸਰਕਾਰ ਨੇ ਇਦਾਂ ਹੀ ਸਾਡੇ ਨਾਲ ਧੱਕਾ ਕੀਤਾ ਤਾਂ ਅਸੀਂ ਇਹਨਾਂ ਦੇ GST ਨੰਬਰ ਵਾਪਸ ਕਰਾਂਗੇ। ਅਸੀਂ ਇਹਨਾਂ ਨੂੰ ਕੋਈ ਵੀ ਜਿਹੜਾ ਉਹ ਵੈਟ ਜਾਂ GST ਨਹੀਂ ਭਰਾਂਗੇ, ਕਿਉਂਕਿ ਅਗਲਾ ਸਾਡਾ ਸਟੈਪ ਇਹੀ ਰਹੂਗਾ ਜੋ ਇਹਨਾਂ ਨੇ ਸਾਡੇ ਹਾਲਾਤ ਬਣਾ ਰਹੇ ਨੇ, ਗਲਤ ਫੈਸਲੇ ਸਰਕਾਰ ਲੈ ਰਹੀ ਹੈ। ਅਸੀਂ ਇਸ ਲਈ ਅੱਜ ਰੋਸ ਪ੍ਰਦਰਸ਼ਨ ਵਾਸਤੇ ਉਤਰੇ ਆ। ਅੱਜ ਤੱਕ ਦੇ ਇਤਿਹਾਸ ਦੇ ਵਿੱਚ ਵਪਾਰੀ ਰੋਸ ਪ੍ਰਦਰਸ਼ਨ ਦੇ ਉੱਤੇ ਨਹੀਂ ਉਤਰਿਆ ਕਦੀ ਵੀ। ਜੋ ਅੱਜ ਦੇ ਹਾਲਾਤ ਨੇ, ਇਹਨਾਂ ਲੋਕਾਂ ਨੇ ਸਾਨੂੰ ਮਜ਼ਾਕ ਬਣਾ ਕੇ ਰੱਖਤਾ। ਔਰ ਤੁਸੀਂ ਇਹ ਦੇਖੋ, ਸਾਡੀਆਂ ਇਹਨਾਂ ਨੂੰ ਮੰਗਾਂ ਬਣਾਤੀਆਂ, ਜਦ ਕਿ ਇਹਨਾਂ ਨੂੰ ਚਾਹੀਦਾ ਜ਼ਰੂਰੀ ਐਸੈਂਸ਼ੀਅਲ ਆਈਟਮਾਂ ਦੇ ਨਾਲ ਸਾਡੀਆਂ ਦੁਕਾਨਾਂ ਵੀ ਖੋਲਣ। ਇਹ ਧੱਕੇਬਾਜ਼ੀ ਸਾਡੇ ਦੁਕਾਨਦਾਰਾਂ ਨਾਲ ਅਸੀਂ ਚੱਲਣ ਨਹੀਂ ਦਿਆਂਗੇ। ਸਰਬਜੀਤ ਜੀ ਤੁਹਾਡੇ ਕੋਲ ਵਾਪਸ ਆਉਂਦਾ, ਪੰਜਾਬ ਦੇ ਅੰਦਰ ਅਸੀਂ ਚੱਲਣ ਦਿਆਂਗੇ। ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਸਥਾਰ ਦੇ ਨਾਲ ਤੁਹਾਡੀਆਂ ਪ੍ਰੋਬਲਮਸ ਪਹੁੰਚਾਈਏ। ਪਰ ਦੂਜਾ ਸਵਾਲ ਇਹ ਵੀ ਜੋ ਲੋਕ ਵੀ ਜਾਣਨਾ ਚਾਹੁੰਦੇ ਹੋਣਗੇ, ਬਹੁਤ ਇੱਕ ਵੱਡਾ ਤਬਕਾ ਇਸ ਗੱਲ ਦੇ ਉੱਤੇ ਵੀ ਸਹਿਮਤ ਹੋਏਗਾ। ਉਹ ਕਿਹਾ ਜਾਂਦਾ ਨੇ ਕਿ ਜਾਨ ਹੈ ਤਾਂ ਜਹਾਨ ਹੈ, ਕਿ ਜੇਕਰ ਅਸੀਂ ਕੋਰੋਨਾ ਨੂੰ ਹਰਾ ਹੀ ਨਾ ਸਕੇ,
ਰੋਜ਼ਾਨਾ ਸਰ ਪੰਜਾਬ ਦੇ ਵਿੱਚ 50 70 100 ਇਸ ਤਰੀਕੇ ਨਾਲ ਅੰਕੜਾ ਆਉਂਦਾ ਮੌਤਾਂ ਦਾ। ਤੁਸੀਂ ਮੋਹਾਲੀ ਦੇ ਨਾਲ ਸੰਬੰਧਤ ਤੋਂ ਮੋਹਾਲੀ ਦੇ ਵਿੱਚ ਹਾਲ ਦੇਖੋ ਇਸ ਸਮੇਂ ਕੀ ਹੈ। ਮੈਂ ਇਹੀ ਸਮਝਣਾ ਚਾਹੁੰਦਾ ਕਿ ਜੇ ਜਾਨ ਹੋਏਗੀ ਤਾਂ ਜਹਾਨ ਹੈ ਨਾ। ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦੀਆਂ ਜਿਹੜੀਆਂ ਹਿਦਾਇਤਾਂ ਨੇ ਤਾਂ ਤੁਹਾਡੇ ਵਾਸਤੇ ਨਹੀਂ, ਤੁਹਾਡੇ ਪਰਿਵਾਰਾਂ ਦੇ ਲਈ ਹੈ, ਪੂਰੇ ਸਮਾਜ ਦੇ ਲਈ ਹੈ, ਮੋਹਾਲੀ ਦੇ ਲੋਕਾਂ ਦੇ ਲਈ ਹੈ, ਪੰਜਾਬ ਦੇ ਲੋਕਾਂ ਦੇ ਲਈ ਹੈ ਕਿ ਤੁਸੀਂ ਵਿਰੋਧ ਦੇ ਉੱਤੇ ਉਤਰ ਆਏ ਹੋ? ਸਰ ਮੈਂ ਸ਼ੁਕਲਾ ਜੀ ਤੁਹਾਨੂੰ ਦੱਸਣਾ ਚਾਹਨਾ, ਇਹਨਾਂ ਨੇ ਜਿਹੜਾ ਲੋਕਡਾਊਨ ਲਗਾਇਆ, ਸੜਕਾਂ ਤੇ ਤੁਸੀਂ ਜਾ ਕੇ ਦੇਖੋ ਪੂਰੀਆਂ ਸੜਕਾਂ ਭਰੀਆਂ ਪਈਆਂ ਟ੍ਰੈਫਿਕ ਦੇ ਨਾਲ। ਕਿੱਥੇ ਲੋਕਡਾਊਨ ਨਜ਼ਰ ਆ ਰਿਹਾ? ਔਰ ਇਹਨਾਂ ਦੇ ਸ਼ਰਾਬ ਦੇ ਠੇਕੇ ਅੱਜ ਲੋਕਡਾਊਨ ਦੇ ਵਿੱਚ ਗਵਰਨਮੈਂਟ ਨੇ ਲਿਖ ਕੇ ਦਿੱਤਾ ਸ਼ਰਾਬ ਦੇ ਠੇਕੇ ਖੁੱਲਣਗੇ। ਕਿਆ ਇਹਨਾਂ ਉੱਤੇ ਸਰਕਾਰ ਮਿਹਰਬਾਨ ਹੈ? ਇਹਨਾਂ ਦੇ ਮੰਤਰੀਆਂ ਉੱਤੇ ਮਿਹਰਬਾਨ ਹੈ ਜਿਨ੍ਹਾਂ ਦੇ ਠੇਕੇ ਹੈ? ਉਹਨਾਂ ਦੇ ਠੇਕਿਆਂ ਤੋਂ ਕਰੋਨਾ ਨਹੀਂ ਜਾ ਰਿਹਾ। ਇਹਨਾਂ ਦੇ ਰੇਤਾ ਦੇ ਕਾਰੋਬਾਰ ਨਹੀਂ ਖੁੱਲੇ ਹੋਏ। ਇਹਨਾਂ ਦੇ ਸਰਕਾਰੀ ਅਦਾਰੇ ਬੰਦ ਨੇ, ਬੈਂਕ ਖੁੱਲੇ ਹੋਏ ਨੇ ਸਾਰੇ ਸਰਕਾਰੀ। ਅੱਗੇ ਕਿਸ਼ਤਾਂ ਭਰਨ ਦਾ ਟਾਈਮ ਆ ਰਿਹਾ, ਜਿਹੜਾ 30 ਸਤੰਬਰ ਤੱਕ ਲਾਸਟ ਡੇਟ ਹੈ। ਹਾਲਾਤ ਦਿਨ ਬ ਦਿਨ ਬੱਤਰ ਨੇ। ਮੈਂ ਇਹ ਸੁੱਤੀ ਸਰਕਾਰ ਨੂੰ ਫਿਰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਫੈਸਲੇ ਸੁਣਾ ਕੇ ਲੋਕਾਂ ਨੂੰ ਖਰਾਬ ਨਾ ਕਰੋ। ਲੋਕ ਕਰੋਨਾ ਨਾਲ ਮਰਨ ਨਾ ਮਰਨ, ਪਰ ਭੁੱਖਮਰੀ ਨਾਲ ਜ਼ਰੂਰ ਮਰਨਗੇ। ਸਰਕਾਰ ਨੇ ਕੋਈ ਵੀ ਇਸ ਚੀਜ਼ ਲਈ ਦੇਖੋ, ਸਰਕਾਰ ਆਪਣਾ ਨਕੰਮਾਪਣ ਛਪਾਉਣ ਦੇ ਲਈ ਇਹ ਦੁਕਾਨਾਂ ਬੰਦ ਕਰਾ ਰਹੀ ਹੈ। ਦੇਖੋ ਕੋਈ ਇਹਨਾਂ ਦੇ ਹਸਪੀਟਲ ਅਪਗ੍ਰੇਡ ਨਹੀਂ ਕੀਤੇ। 4 ਮਹੀਨੇ ਦੁਕਾਨਾਂ ਬੰਦ ਕਰਾ ਕੇ ਸਾਨੂੰ ਘਰੇ ਬਿਠਾਇਆ। ਅਸੀਂ ਵੀ ਡਰਦੇ ਹਾਂ ਕਰੋਨਾ ਤੋਂ। ਅਸੀਂ ਸਾਡੇ ਨਾਲ ਲੱਖਾਂ EMPLOYEES ਮੋਹਾਲੀ ਜ਼ਿਲ੍ਹੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ, ਬੱਚੇ ਛੋਟੇ ਕੰਮ ਕਰਨ ਆਉਂਦੇ ਸਾਡੀਆਂ ਦੁਕਾਨਾਂ ਦੇ ਉੱਤੇ, ਉਹਨਾਂ ਦੀ ਪੇਟ ਦੀ ਖਾਤਰ ਲੜ ਰਹੇ ਆ ਜੀ। ਉਹਨਾਂ ਦੀ ਲੜਾਈ ਲੜ ਰਹੇ, ਉਹਨਾਂ ਦੀ ਬੱਚਿਆਂ ਦੀ ਲੜਾਈ ਲੜ ਰਹੇ ਆ, ਔਰ ਉਹਨਾਂ ਦੇ ਪਰਿਵਾਰਾਂ ਦੀ ਲੜਾਈ ਲੜ ਰਹੇ ਆ, ਗਰੀਬ ਪਰਿਵਾਰ ਦੀ ਲੜਾਈ ਲੜ ਰਹੇ ਆ। ਚਲੋ ਠੀਕ ਹੈ ਸਰ, ਮੈਂ ਇੱਕ ਸਵਾਲ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਹੁਣ ਤੁਹਾਡੀ ਮੰਗ ਕੀ ਹੈ? ਸਾਡੀ ਲੋਕ ਇਹ ਸਮਝਣਾ ਚਾਹੁੰਦੇ ਨੇ ਕਿ ਤੁਹਾਨੂੰ ਸਿਰਫ ਵੀਕਐਂਡ ਲਾਕਡਾਊਨ ਦੇ ਨਾਲ ਪ੍ਰੋਬਲਮ ਹੈ, ਜਾਂ ਜਿਹੜਾ 6:30 ਦੁਕਾਨਾਂ ਬੰਦ ਕਰਕੇ 7 ਵਜੇ ਕਰਫਿਊ ਲਗਾਇਆ ਜਾ ਰਿਹਾ ਹੈ ਉਸ ਦੇ ਨਾਲ ਵੀ ਦਿੱਕਤ ਹੈ? ਸ਼ੁਕਲਾ ਜੀ, ਇਹ ਦੋਨਾਂ ਚੀਜ਼ਾਂ ਨਾਲ ਹੀ ਸਾਨੂੰ ਪੂਰੀ ਦਿੱਕਤ ਹੈ। ਦੇਖੋ ਟਰਾਈ ਸਿਟੀ ਸਾਡੇ ਚੰਡੀਗੜ੍ਹ 2 ਕਿਲੋਮੀਟਰ ਤੇ ਹੈ। ਉੱਥੇ ਤੁਸੀਂ ਦੇਖੋ ਰਾਤ ਨੂੰ ਕਲੱਬ, ਹੋਟਲ, ਬਾਰ ਸਾਰਾ ਦਿਨ ਕਾਰੋਬਾਰ ਕਰਨ ਦੀ ਗਵਰਨਮੈਂਟ ਨੇ ਇਜਾਜ਼ਤ ਦੇ ਦਿੱਤੀ। ਕਿਆ ਉਹ ਸਾਡੇ ਤੋਂ ਬਹੁਤ ਹਜ਼ਾਰਾਂ ਕਿਲੋਮੀਟਰ ਤੇ ਕਿਤੇ ਚੰਡੀਗੜ੍ਹ ਹੈ। ਔਰ ਮੋਹਾਲੀ ਸਾਡੇ ਵਪਾਰੀਆਂ ਦੀ ਮੰਗ ਇਹ ਹੈ ਪੂਰਾ ਹਫਤਾ ਦੁਕਾਨਾਂ ਖੁੱਲ੍ਹਣ। ਔਰ ਇਹ ਜਿਹੜਾ 6:30 ਦਾ ਕਰਫਿਊ ਦਾ ਟਾਈਮ ਹੈ, ਇਹ ਵੀ ਬੜਾ ਗਲਤ ਹੈ। ਇਹ ਰਾਤ 9 ਵਜੇ ਤੱਕ ਦੁਕਾਨਾਂ ਖੁੱਲ੍ਹਣ, ਕਿਉਂਕਿ ਅੱਜ ਦੇ ਦਿਨ ਜਿਹੜੇ ਐਸੇ ਹੁੰਦੇ ਨੇ ਗਰਮੀ ਦੇ, ਇਸ ਗਰਮੀ ਦੇ ਦਿਨਾਂ ਦੇ ਵਿੱਚ 6:30 ਵਜੇ ਤੱਕ ਕਸਟਮਰ ਘਰੋਂ ਨਿਕਲਦਾ ਆਪਣੀ ਖਰੀਦਦਾਰੀ ਦੇ ਲਈ। ਵਿਆਹ ਸ਼ਾਦੀਆਂ ਵੈਸੇ ਹੀ ਬੰਦ ਹੋ ਗਏ। ਕੋਈ ਵਿਚਾਲੇ ਦਾ ਰਾਹ ਹੈ ਕਿ ਨਹੀਂ? ਹਾਂਜੀ, ਕੋਈ ਵਿਚਾਲੇ ਦਾ ਰਾਹ ਹੈ ਕਿ ਨਹੀਂ? ਸਰਕਾਰ ਕਹਿ ਰਹੀ ਹੈ ਕਿ ਤੁਸੀਂ ਸਤੰਬਰ ਅਕਤੂਬਰ ਤਾਂ ਪੀਕ ਤੇ ਹੋਏਗਾ ਕਰੋਨਾ ਪੰਜਾਬ 'ਚ। ਸਤੰਬਰ ਚੱਲ ਰਿਹਾ, ਅਕਤੂਬਰ ਅਜੇ ਬਾਕੀ ਹੈ। ਤੁਹਾਨੂੰ ਲੱਗਦਾ ਕਿ 2 ਮਹੀਨੇ ਔਖੇ ਸੌਖੇ ਹੋਰ ਸਾਰ ਲਈਏ, ਜਿੱਥੇ ਅਸੀਂ 5-6 ਮਹੀਨੇ ਤੋਂ ਸਾਰਾ ਕੁਝ ਹੈਂਡਲ ਕੀਤਾ ਹੈ, ਜਾਂ ਕੋਈ ਵਿਚਾਲੇ ਦਾ ਰਾਹ ਹੈ? ਸ਼ੁਕਲਾ ਜੀ, ਇਹਦੇ ਵਿੱਚ ਕੋਈ ਵਿਚਾਲੇ ਦਾ ਰਾਹ ਨਹੀਂ। ਇਦੋਂ ਇਲਾਵਾ ਅਸੀਂ ਵੀ, ਜੇ ਸਰਕਾਰ ਕਰੋਨਾ ਦੀ ਗੱਲ ਕਰ ਰਹੀ ਹੈ, ਅਸੀਂ ਵੀ ਲੋਕਾਂ ਦੇ ਪੇਟ ਦੀ ਗੱਲ ਕਰ ਰਹੇ ਹਾਂ। ਲੋਕਾਂ ਦੇ ਭੁੱਖ, ਜਿਹੜਾ ਰੋਜ਼ ਸ਼ਾਮ ਨੂੰ ਰੋਟੀ ਜਿਹਨੂੰ ਚਾਹੀਦੀ ਹੈ, ਉਸ ਪੇਟ ਦੀ ਗੱਲ ਕਰ ਰਹੇ ਹਾਂ। ਕਿਉਂਕਿ ਜੇ ਢਿੱਡ 'ਚ ਰੋਟੀ ਨਹੀਂ ਜਾਏਗੀ ਤਾਂ ਕੁਝ ਇਹ ਵੀਕਐਂਡ ਲੋਕਡਾਊਨ ਘਰਾਂ 'ਚ ਬੈਠਣ ਨਾਲ ਇਹ ਗੁਜ਼ਾਰੇ ਨਹੀਂ ਹੋ ਸਕਦੇ ਲੋਕਾਂ ਦੇ। ਇਹ ਬਹੁਤ ਪੁਰਾਣੀ ਸੋਚ ਦਾ ਇਹ ਆਪਣੇ ਆਪ ਨੂੰ ਸ਼ੋਅ ਕਰ ਰਹੇ ਨੇ। ਇਹ ਚੰਗੀ ਸੋਚ ਨਹੀਂ ਹੈ। ਔਰ ਲੋਕਾਂ ਨੂੰ ਹਸਪੀਟਲ ਚਾਹੀਦੇ ਸੀ, ਅਪਗ੍ਰੇਡ ਕਰਨੇ ਇਹਨਾਂ ਲੋਕਾਂ ਨੂੰ, ਜਿੱਥੇ ਲੋਕਾਂ ਦਾ ਇਲਾਜ ਕਰ ਸਕਣ। ਕਿਹੜੇ ਹਸਪਤਾਲ ਦੇ ਵਿੱਚ ਲੋਕਾਂ ਦਾ ਇਲਾਜ ਹੋ ਰਿਹਾ? ਅੱਜ ਮੇਰੇ ਮਾਂ-ਬਾਪ ਜੇ ਬਿਮਾਰ ਹੋ ਜਾਂਦੇ ਆ ਤੇ ਮੈਨੂੰ ਲੱਖਾਂ ਰੁਪਏ ਬਿੱਲ ਦੇਣ ਵਾਸਤੇ ਹਸਪੀਟਲ ਤਿਆਰ ਖੜੇ ਮੇਰੇ ਤੋਂ ਲੈਣ ਲਈ। ਜੇ ਮੈਂ ਬਿਮਾਰ ਹੋ ਜਾਣਾ, ਲੋਕਾਂ ਦੀ ਗੱਲ ਛੱਡੋ, ਜੇ ਮੈਂ ਹੀ ਬਿਮਾਰ ਹੋ ਜਾਣਾ, ਮੇਰੇ ਪੈਸੇ ਕਿਆ ਸਰਕਾਰ ਭਰੇਗੀ ਹਸਪਤਾਲ ਦੇ ਵਿੱਚ ਆ ਕੇ? ਤਾਂ ਹੀ ਤਾਂ ਦੇਖੋ ਸਰਕਾਰ ਇੱਕ ਚੀਜ਼ ਕਹਿ ਰਹੀ ਹੈ ਨਾ, ਤਾਂ ਹੀ ਤਾਂ ਸਰਕਾਰ ਇਹ ਚੀਜ਼ ਕਹਿ ਰਹੀ ਹੈ ਕਿ ਜਿਹੜੀਆਂ ਸਿਹਤ ਸਹੂਲਤਾਂ ਹੈਗੀਆਂ ਨੇ ਉਹ ਕਿੰਨੇ ਲੋਕਾਂ ਵਾਸਤੇ ਨੇ, ਕੀ ਹਾਲਾਤ ਨੇ, ਸਭ ਨੂੰ ਪਤਾ ਹੈ। ਤੇ ਜੇਕਰ ਬਹੁਤ ਵੱਡੇ ਪੱਧਰ ਤੇ ਬਿਮਾਰੀ ਫੈਲ ਗਈ ਤਾਂ ਫਿਰ ਉਸ ਦਾ ਹੱਲ ਕੀ ਹੋਏਗਾ? ਜੇ ਅੱਜ ਇਹ ਹਾਲਾਤ ਤੁਸੀਂ ਅੱਜ ਇਹ ਜ਼ਿਕਰ ਕਰ ਰਹੇ ਹੋ, ਮੈਂ ਤੁਹਾਡੇ ਗੱਲ ਨਾਲ ਤੁਹਾਨੂੰ ਲੱਗਦਾ ਕਿ ਇਸ ਸਮੇਂ ਸਰਕਾਰ ਦਾ ਵੀ ਸਾਥ ਦੇਣ ਦੀ ਜ਼ਰੂਰਤ ਹੈ? ਦੁਕਾਨਾਂ ਤੋਂ ਸ਼ੁਕਲਾ ਜੀ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਫੈਲ ਰਹੀ। ਬੜੇ ਸਾਫ਼ ਸੁਥਰੇ ਢੰਗ ਨਾਲ ਦੁਕਾਨਦਾਰ ਕਾਰੋਬਾਰ ਕਰ ਰਹੇ ਆ। ਮਾਸਕ, ਸੈਨੀਟਾਈਜ਼ਰ, ਹੋਰ ਵੀ ਕੋਈ ਗਾਈਡਲਾਈਨ ਸਾਨੂੰ ਸਰਕਾਰ ਦੇਣਾ ਚਾਹੁੰਦੀ ਹੈ, ਉਹ ਸਾਨੂੰ ਗਾਈਡਲਾਈਨ ਦੇਵੇ। ਜਿਹੜੇ ਇਹਨਾਂ ਦੀ ਟੀਮ ਹੈ ਬਹੁਤ ਸਿਆਣੀ, ਜਿਹੜੇ ਕਹਿੰਦੇ ਬਹੁਤ ਸਿਆਣੀ ਟੀਮ ਹੈ, ਉਸ ਟੀਮ ਤੋਂ ਗਾਈਡਲਾਈਨ ਲੈਣ ਵੀ ਲੋਕਾਂ ਦੇ ਕਾਰੋਬਾਰ ਵੀ ਚੱਲਣ ਤੇ ਨਾਲ ਮਹਾਮਾਰੀ ਦੇ ਨਾਲ ਵੀ ਲੜਿਆ ਜਾ ਸਕੇ। ਅਸੀਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹਾਂ। ਅਸੀਂ ਸਰਕਾਰ ਤੋਂ ਕਿਤੇ ਜਲ ਨਹੀਂ ਰਹੇ।
ठीक है सर, ਤੁਸੀਂ ਕਹਿੰਦੇ ਹੋ ਕਿ ਪੂਰਾ ਪਲਾਨ ਸਰਕਾਰ ਦੱਸੇ ਕਿ ਕਿਸ ਤਰੀਕੇ ਦੀ ਯੋਜਨਾ ਹੈ। ਠੀਕ ਹੈ, ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਿਹਾ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ, ਤੁਹਾਨੂੰ ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਵੀ ਹਾਲ ਦਿਖਾਵਾਂਗੇ, ਵੱਖ-ਵੱਖ ਥਾਵਾਂ ਤੇ ਜਿਹੜੇ ਵਪਾਰੀ ਨੇ ਇਸ ਸਮੇਂ ਉਹ ਕੀ ਕਹਿ ਰਹੇ ਨੇ, ਹਾਲਾਤ ਕੀ ਨੇ, ਕਿ ਵਾਕਈ ਵੀਕਐਂਡ ਲਾਕਡਾਊਨ ਹੈ ਜਾਂ ਨਹੀਂ ਹੈ, ਕਿ ਉਲੰਘਣਾ ਕੀਤੀ ਜਾ ਰਹੀ ਹੈ, ਸਭ ਦੇ ਉੱਤੇ ਸਾਡੀ ਨਜ਼ਰ ਹੈ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਅੱਜ ਚਰਚਾ ਕਰ ਰਹੇ ਹਾਂ ਇਸ ਮੁੱਦੇ ਦੇ ਉੱਤੇ ਜੋ ਵੀਕਐਂਡ ਲਾਕਡਾਊਨ ਦੇ ਖਿਲਾਫ ਖੁੱਲੀ ਬਗਾਵਤ ਨਜ਼ਰ ਆਉਂਦੀ ਹੈ। ਜੀ ਹਾਂ, ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਹੈ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆਈਆਂ, ਆਵਾਜ਼ਾਂ ਸੁਣਨ ਨੂੰ ਮਿਲੀਆਂ। ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਅਸੀਂ ਆਪਣੇ ਦਰਸ਼ਕਾਂ ਤੋਂ ਸਵਾਲ ਪੁੱਛ ਰਹੇ ਹਾਂ, ਤੁਸੀਂ ਉਸ ਦੇ ਉੱਤੇ ਵੀ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਇਸ ਬੁਲੇਟਿਨ ਦੇ ਐਂਡ ਦੇ ਵਿੱਚ ਅਸੀਂ ਤੁਹਾਡੀ ਰਾਏ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਇਸ ਵਿਚਾਲੇ ਸਾਡੇ ਨਾਲ ਕੈਪਟਨ ਸੰਦੀਪ ਸੰਧੂ ਜੀ ਜੁੜ ਚੁੱਕੇ ਨੇ, ਪੋਲੀਟੀਕਲ ਐਡਵਾਈਜ਼ਰ ਨੇ ਮੁੱਖ ਮੰਤਰੀ ਪੰਜਾਬ ਦੇ। ਸੰਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਸੁਨੀਲ ਮਹਿਰਾ ਜੀ ਜੁੜ ਰਹੇ ਨੇ, ਜਨਰਲ ਸਕੱਤਰ ਨੇ ਵਪਾਰ ਮੰਡਲ ਲੁਧਿਆਣਾ ਦੇ। ਸੰਧੂ ਸਾਹਿਬ, ਬ੍ਰੇਕ ਤੋਂ ਪਹਿਲਾਂ ਸਾਡੇ ਨਾਲ ਮੋਹਾਲੀ ਵਪਾਰ ਮੰਡਲ ਦੇ ਨੁਮਾਇੰਦੇ ਜੁੜੇ ਹੋਏ ਸਨ ਤੇ ਉਹਨਾਂ ਦੀ ਬਹੁਤ ਕਲੀਅਰ ਮੰਗ ਹੈ, ਉਹਨਾਂ ਦੇ ਬਹੁਤ ਕਲੀਅਰ ਖਦਸ਼ੇ ਨੇ। ਉਹ ਕਹਿ ਰਹੇ ਨੇ ਕਿ ਸਰਕਾਰ ਸਾਡੇ ਬਾਰੇ ਕੁਝ ਸੋਚ ਰਹੀ ਹੈ ਜਾਂ ਨਹੀਂ। ਗੈਰ ਜ਼ਰੂਰੀ ਵਸਤਾਂ ਦੀਆਂ ਸਾਡੀਆਂ ਦੁਕਾਨਾਂ ਹੈਗੀਆਂ ਨੇ, ਠੀਕ ਹੈ, ਪਰ ਕੀ ਸਾਡੀਆਂ ਦੁਕਾਨਾਂ ਬੰਦ ਕਰਵਾ ਕੇ ਹੀ ਅਸੀਂ ਕਰੋਨਾ ਨੂੰ ਹਰਾ ਸਕਦੇ ਹਾਂ? गौरव जी शुक्रिया बहुत बहुत। पहला मैं माफ़ी चाहना, मैं पहला जुड़ना सी तुहाडे नाल, थोड़ा लेट हो गया। एक मीटिंग विच सीगा हाज़र, उत्थों जिस तरह ही खत्म हुई मीटिंग मैं तुहाडे विच आ गया। गौरव जी, जिहड़ा ये महीना सितंबर दा हैगा, जिवें तुहानूं याद होना है कि मार्च विच जदों आपां लॉकडाउन लाउण लगे सी, उदों ये इशू बड़ा सीएम साहब ने जदों कहा सी जिहड़ा सितंबर दा महीना होगा वो एक बड़ा पंजाब लिए और एक पीक होगी अपनी उस महीने विच, और इन्ने क उदों तक मरीज़ जिहड़े हैगे आ जाणगे। उस चीज़ का ही अज जे आपां देखीए, जिहड़ी अज तो 6-7 महीने पहलां गल कीती सी मुख मंत्री साहब ने, उही जिहड़ी चीज़ है अज अपने सामने आ रही है। बिल्कुल मैं इन्हां दे नाल बिल्कुल सहमत है। भावें महरा साहब हुण जुड़ रहे और भावें मोहाली इंडस्ट्री एसोसीएशन जिहड़े करियाना मर्चेंट्स हैं, या कोई होर जिहड़े नॉन एसेंशियल आइटम्स जिहड़े उन्हां दी जिहड़ियां दुकानां हैगियां वो जुड़ रहे हैं। दो गल्लां इहदे विच गौरव जी, मैं बेनती करूँगा कि कठिन टाइम है, मैं जदों भी किते मौका मिला मैं एक लफज जरूर कहना है कि देखो, जान है तो जहान है। ये जिहड़ी कोशिश हो रही है किसी वल किसी दे जिहड़ा उहदा चल रहा बिजनेस है उहनूं उलट पुलट करन लई नहीं हैगा। सिर्फ एक तादाद है लोगों की किसी तरीके नाल बाज़ार विच घट लैके आउण दी। सोम, मंगल, बुध, वीर, शुक्र जिहड़ा बाज़ार है उहदे विच सारियां दुकानां खुल रही हैं। और आपां वैसे देखिए तो ऐतवार नूं अपनियां दुकानां पहलां भी एक स्टैंडर्ड एक सालों बधिया एक बनिया हुआ हैगा कि ऐतवार नूं अपनियां दुकानां तकरीबन बंद होंदियां। सिर्फ एक शनिवार एक इहो जिहा टाइम है जिहड़ा आपां इस वार आ कोविड दे विच आ महीना सितंबर का महीना जिहड़ा हैगा, पहला आपां 6-7 दिन अगस्त के लास्ट जिहड़े 10 दिन सी उस च आपां लिआंदा ये वीक डाउन जिहड़ा सीगा वीकेंड वाला जिहड़ा लॉकडाउन सी, ते हुण इहनूं आपां 15 सितंबर तक अगे लै गए हैं। यही बेनती है कि तुसीं 7-8 महीने इस जिहड़ी लड़ाई है उहदे विच पंजाब गवर्नमेंट का कैप्टन अमरिंदर सिंह जी का साथ दिता, और यही बेनती मैं अगे लैके चल रहा हैं कि दुख तकलीफ है तुहानूं, इस कोई शक नहीं, पर मैं बेनती करनी चाहुंदा कि आपां अज 5 सितंबर हो गया हैगा, मसां ही 10-15 दिन रह गए। वध तो वध जे आपां देखांगे तो 30 सितंबर तक किया जा रहा है, पर मेरे ख्याल च उस तो पहला ही जिस तरीके नाल माहौल जिहड़े शहर च ठीक होऊगा, उस शहर दे विच जिहड़ा लोकल डिप्टी कमिश्नर है जां पुलिस कमिश्नर है जां SSP साहबान है, वो इकट्ठे बैठ के सारा माहौल देख के फैसला लै सकणगे। सो मैं समझदा जिहड़ी गल्लां वो कह के गए होने हैं, और हुण महरा साहब भी आपदे इंडस्ट्री वल्लों और आपदी एसोसीएशन वल्लों गल्लां कहणगे। मैं सारियां गल्लां नूं महसूस भी करदा, मैं भी इस जिहड़ी लड़ाई दे विच हैगा उस तरीके नाल विचाले तुहानूं रोक रहे हैं। ਇਹਦਾ ਮਤਲਬ ਇਹ ਸਮਝੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀਕਐਂਡ ਲਾਕਡਾਊਨ ਦੇ ਉੱਤੇ ਡਿਪਟੀ ਕਮਿਸ਼ਨਰ ਆਪਣੇ ਪੱਧਰ ਉੱਤੇ ਫੈਸਲਾ ਲੈ ਸਕਣਗੇ। ਜਿਵੇਂ ਬਹੁਤ ਸਾਰੇ ਜ਼ਿਲ੍ਹੇ ਹੈਗੇ ਨੇ ਜਿੱਥੇ ਬਹੁਤ ਜ਼ਿਆਦਾ ਅਸਰ ਨਜ਼ਰ ਨਹੀਂ ਹੈ, ਜਿਵੇਂ ਮੈਂ ਮਾਨਸਾ ਦਾ ਜ਼ਿਕਰ ਕਰ ਲਵਾਂ, ਕੁਝ ਹੋਰ ਵੀ ਜ਼ਿਲ੍ਹੇ ਹੈਗੇ ਨੇ ਜਿੱਥੇ ਬਹੁਤ ਜ਼ਿਆਦਾ ਕੇਸਿਸ ਨਹੀਂ ਸਾਹਮਣੇ ਆਏ ਨੇ, ਉਹਨਾਂ ਦੇ ਵਿੱਚ ਨਵਾਂ ਸ਼ਹਿਰ ਵੀ ਹੈਗਾ, 1000 ਤੋਂ ਨੀਚੇ ਨੇ ਕੇਸ। ਕੋਈ ਐਸਾ ਪੈਰਾਮੀਟਰ ਸਰਕਾਰ ਬਣਾਉਣ ਦੀ ਸੋਚ ਰਹੀ ਹੈ ਕਿ ਜਿੱਥੇ ਇਸ ਲੈਵਲ ਤੋਂ ਘੱਟ ਕੇਸ ਨੇ ਉੱਥੇ ਅਸੀਂ ਇਜਾਜ਼ਤ ਦੇ ਦਈਏ?
मतलब सीधा जिहा सवाल है कि वीकेंड लॉकडाउन का कदों तक ये सिलसिला जारी रहेगा? ਜੀ ਸੋ ਪਹਿਲਾ ਤਾਂ ਸਵਾਲ ਜਿਹੜਾ ਤੁਸੀਂ ਕੀਤਾ ਸ਼ਹਿਰਾਂ ਨੂੰ, ਜਿਵੇਂ ਮਾਨਸਾ ਦਾ ਨਾਂ ਲਿੱਤਾ, ਨਵਾਂ ਸ਼ਹਿਰ ਦਾ ਲਿੱਤਾ। ਜੇ ਤੁਸੀਂ ਦੇਖੋ ਗੌਰਵ ਜੀ, ਪਹਿਲਾਂ ਸ਼ੁਰੂਆਤ ਜਿਹੜੀ ਹੋਈ ਸੀ ਨਵਾਂ ਸ਼ਹਿਰ ਤੋਂ ਹੀ ਹੋਈ ਸੀ। ਨਵਾਂ ਸ਼ਹਿਰ ਤੋਂ ਬਾਅਦ ਫਿਰ ਜਿਹੜੇ ਆਪਣੇ ਆ ਵੱਡੇ ਜ਼ਿਲ੍ਹੇ ਹੈਗੇ ਆ ਜਿੱਥੇ ਸ਼ਹਿਰੀ ਪੋਪੂਲੇਸ਼ਨ ਜ਼ਿਆਦਾ ਹੈ, ਅੰਮ੍ਰਿਤਸਰ, ਪਟਿਆਲਾ, ਜਲੰਧਰ, ਲੁਧਿਆਣਾ, ਇੱਥੇ ਹੋਈ। ਤੇ ਪਿਛਲੇ ਕੁਝ ਦਿਨਾਂ ਤੋਂ ਬਠਿੰਡੇ ਵੱਲ ਨੂੰ ਇਸ ਬਿਮਾਰੀ ਨੇ ਕੂਚ ਕੀਤਾ ਹੋਇਆ ਹੈਗਾ। ਔਰ ਕੋਈ ਵੱਡੀ ਗੱਲ ਨਹੀਂ ਇਹ ਕਿਉਂਕਿ ਬਠਿੰਡਾ ਮਾਨਸਾ ਵੀ ਆਪਸ ਇੱਕ ਤਰ੍ਹਾਂ ਜੁੜੇ ਹੋਏ ਆ। ਇਹ ਜਿਹੜੀ ਬਿਮਾਰੀ ਹੈਗੀ ਹੈ ਕਿਸ ਕਿਸਮ ਦੀ ਲੈਂਦੀ ਹੈਗੀ ਹੈ, ਕਰਵਟ ਲੈਂਦੀ ਹੈਗੀ ਆ। ਪਰ ਹਾਂ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰ ਹਫਤੇ ਵਿੱਚ 2 ਵਾਰੀ ਸੀਐਮ ਸਾਹਿਬ ਘੱਟੋ ਘੱਟ ਜਿਹੜੀ ਐਡਵਾਈਜ਼ਰੀ ਕਮੇਟੀ ਹੈ ਉਹਨਾਂ ਨਾਲ ਰੂਬਰੂ ਹੁੰਦੇ ਆ, ਡਾਕਟਰ ਤਲਵਾਰ ਦੀ ਕਮੇਟੀ ਨਾਲ। ਔਰ ਜਿਹੜਾ ਸਾਰਾ ਹਫਤੇ ਦਾ ਜਿਹੜਾ ਬਿਆਨ ਹੈ, ਜਾਂ 3 ਦਿਨਾਂ ਦਾ, ਸੌਰੀ ਹਫਤੇ ਦਾ ਨਹੀਂ, ਤੀਜੇ ਦਿਨ ਹੀ ਕਿਉਂਕਿ ਹੋ ਜਾਂਦੀ ਹੈ, ਉਹ 3 ਦਿਨਾਂ ਦਾ ਜਿਹੜਾ ਸਾਰਾ ਹੁੰਦਾ ਹੈ ਲੇਖਾ ਜੋਖਾ ਉਹਦੇ ਵਿੱਚ ਡਿਸਕਸ ਹੁੰਦਾ ਹੈ। ਔਰ ਮੈਂ ਬਿਲਕੁਲ ਜਿਵੇਂ ਤੁਸੀਂ ਸਵਾਲ ਸਿੱਧਾ ਪੁੱਛਿਆ ਸੀ, ਸੋ ਜਿਵੇਂ ਹਰ ਬੁੱਧਵਾਰ ਔਰ ਹਰ ਵੀਰਵਾਰ ਇਸ ਚੀਜ਼ ਤੇ ਪੂਰਾ ਜਿਹਨੂੰ ਕਹਿ ਲਓ ਡਿਸਕਸ਼ਨ ਹੁੰਦੀ ਹੈ। ਜੇ ਮਾਹੌਲ ਔਰ ਜੇ ਟੈਸਟ ਦੇ ਨਾਲ ਔਰ ਜੇ ਜਿਹੜੇ ਆਪਣੇ ਨੰਬਰ ਹੈਗੇ ਆ ਜਿਹੜੇ ਸ਼ਹਿਰਾਂ 'ਚ ਕੰਟਰੋਲ ਰਹੇ, ਉਹਨਾਂ ਸ਼ਹਿਰਾਂ ਬਾਰੇ ਸੀਐਮ ਸਾਹਿਬ ਐਡਵਾਈਜ਼ਰੀ ਕਮੇਟੀ ਤੋਂ ਐਡਵਾਈਜ਼ ਲੈ ਕੇ ਮੇਰੇ ਹਿਸਾਬ ਦੇ ਨਾਲ ਉਸ ਨੂੰ ਅਲੱਗ ਤਰੀਕੇ ਨਾਲ ਵੀ ਦੇਖ ਸਕਦੇ ਹੈਗੇ ਆ। ਪਰ ਠੀਕ ਹੈ ਸਰ, ਸਾਡੇ ਨਾਲ ਬਣੇ ਰਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਲੋਕਾਂ ਨੂੰ ਅਸੀਂ ਨਾਲ ਜੋੜ ਸਕੀਏ। ਸਰ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਇਸ ਵਿਚਾਲੇ ਇੱਕ ਵੱਡੀ ਖਬਰ ਇਨਫੈਕਟ ਤੁਹਾਡੇ ਕੋਲ ਤਾਂ ਹੋਏਗੀ। 8 ਵਜੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਰੂਬਰੂ ਹੋਣਗੇ, ਜਿਵੇਂ ਉਹ ਅੱਗੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਹੁੰਦੇ ਨੇ, ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਇਸ ਵਿਚਾਲੇ ਮੈਂ ਰੁਕ ਕਰਦਾ ਹਾਂ, ਵੱਡੀ ਖਬਰ ਅਸੀਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਲਿਆ ਦਿੱਤੀ ਹੈ। ਅੱਜ ਸ਼ਾਮ 8 ਵਜੇ ਸੀਐਮ ਕੈਪਟਨ ਅਮਰਿੰਦਰ ਸਿੰਘ ਲਾਈਵ ਹੋਣਗੇ। ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ ਜਾਏਗਾ। ਮੁੱਖ ਮੰਤਰੀ ਦੇ ਵੱਲੋਂ ਲਾਕਡਾਊਨ ਨੂੰ ਲੈ ਕੇ ਕੋਈ ਵੱਡਾ ਐਲਾਨ ਸੰਭਵ ਹੈ। ਮੁੱਖ ਮੰਤਰੀ ਜਦੋਂ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੇ ਨਾਲ ਜੁੜਨਗੇ, ਮੁੱਖ ਮੰਤਰੀ ਨੇ ਵਿਧਾਇਕਾਂ ਦੇ ਨਾਲ ਰਿਵਿਊ ਮੀਟਿੰਗ ਕੀਤੀ। ਅੱਜ ਦਿਨ ਦੇ ਵਿੱਚ 16 ਵਿਧਾਇਕ ਉਸ ਦੇ ਵਿੱਚ ਸ਼ਾਮਲ ਸੀ। ਲਾਕਡਾਊਨ ਦਾ ਕਈ ਥਾਵਾਂ ਦੇ ਉੱਤੇ ਵਿਰੋਧ ਹੋ ਰਿਹਾ, ਜਿਸ ਦੇ ਉੱਤੇ ਅਸੀਂ ਚਰਚਾ ਵੀ ਕਰ ਰਹੇ ਹਾਂ। ਤੇ ਇਸ ਵਿਚਾਲੇ ਮੁੱਖ ਮੰਤਰੀ 8 ਵਜੇ ਲੋਕਾਂ ਦੇ ਰੂਬਰੂ ਹੋਣਗੇ। ਮੈਂ ਸਿੱਧਾ ਰੁਕ ਕਰਦਾ ਜਲੰਧਰ ਦਾ ਮੇਰੇ ਸਹਿਯੋਗੀ ਸੁਰਿੰਦਰ ਕੰਬੋਜ ਸਾਡੇ ਨਾਲ ਨੇ। ਸੁਰਿੰਦਰ, ਜਲਦੀ ਨਾਲ ਜਾਣਨਾ ਚਾਹਾਂਗੇ ਜਲੰਧਰ ਦੇ ਲੋਕ ਕੀ ਇਸ ਸਮੇਂ ਕਹਿ ਰਹੇ ਨੇ, ਦੁਕਾਨਾਂ ਬੰਦ ਕਰਨ ਨੂੰ ਲੈ ਕੇ, ਖੋਲਣ ਨੂੰ ਲੈ ਕੇ, ਵੀਕਐਂਡ ਲਾਕਡਾਊਨ ਨੂੰ ਲੈ ਕੇ। ਸੁਰਿੰਦਰ, ਬਿਲਕੁਲ ਜਿੱਦਾਂ ਕਿ ਜਲੰਧਰ ਦੇ ਵਿੱਚ ਲਗਾਤਾਰ ਮਾਮਲੇ ਜਿਹੜੇ ਹੈਗੇ ਵਧਦੇ ਜਾ ਰਹੇ ਨੇ ਔਰ ਪਿਛਲੇ ਦਿਨੀ ਦੁਕਾਨਦਾਰਾਂ ਵੱਲੋਂ ਔਰ ਤੇ ਈਵਨ ਦਾ ਜਿਹੜਾ ਫਾਰਮੂਲਾ ਲਾਗੂ ਕਰਨਾ ਸੀ ਉਹਦਾ ਵਿਰੋਧ ਕੀਤਾ ਗਿਆ ਸੀ ਸਰਕਾਰ ਵੱਲੋਂ। ਉਹ ਫਾਰਮੂਲਾ ਵਾਪਸ ਲੈ ਲਿੱਤਾ ਗਿਆ। ਪਰ ਹੁਣ ਜਿਹੜਾ ਵੀਕਐਂਡ ਕਰਫਿਊ ਜਿਹੜਾ ਲਾਕਡਾਊਨ ਲੱਗਦਾ ਹੈਗਾ 2 ਦਿਨਾਂ ਦਾ, ਸ਼ਨੀ ਤੇ ਐਤਵਾਰ ਦਾ, ਉਹਨੂੰ ਵੀ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪਰ ਦੁਕਾਨਦਾਰਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਵੀ ਜਿਹੜਾ ਐਤਵਾਰ ਆ ਉਦੋਂ ਛੁੱਟੀ ਹੁੰਦੀ ਆ, ਪਰ ਕਮ ਸੇ ਕਮ ਸ਼ਨੀਵਾਰ ਦਾ ਦਿਨ ਜਿਹੜਾ ਹੈਗਾ ਉਹਦੇ ਵਿੱਚ ਰਿਆਇਤ ਦਿੱਤੀ ਜਾਣੀ ਚਾਹੀਦੀ। ਸੁਰਿੰਦਰ, ਤਸਵੀਰਾਂ ਦਿਖਾ ਦਿਓ ਥੋੜੀਆਂ ਜੀ ਅਗਰ ਪੋਸੀਬਲ ਹੈ, ਤਸਵੀਰਾਂ ਦਿਖਾ ਦਿਓ ਕਿ ਇਹ ਬਾਜ਼ਾਰ ਅੱਜ ਖੁੱਲੇ ਨੇ, ਬੰਦ ਨੇ, ਵਿਰੋਧ ਹੋ ਰਿਹਾ, ਕੀ ਹੋ ਰਿਹਾ? ਬਿਲਕੁਲ ਗੌਰਵ, ਜਿੱਦਾਂ ਕਿ ਦੁਕਾਨਾਂ ਤਕਰੀਬਨ ਅੱਜ ਸਵੇਰ ਦੀਆਂ ਬੰਦ ਹੈਗੀਆਂ ਔਰ ਸਵੇਰ ਦਾ ਹੀ ਜਿਹੜਾ ਮਾਹੌਲ ਹੈਗਾ ਜਲੰਧਰ ਸ਼ਹਿਰ ਦਾ ਇਸੇ ਤਰ੍ਹਾਂ ਦਾ ਹੀ ਹੈ। ਦੁਪਹਿਰ ਨੂੰ ਜ਼ਰੂਰ ਆਵਾਜਾਈ ਥੋੜੀ ਜਿਹੀ ਘੱਟ ਹੋਈ ਸੀਗੀ, ਪਰ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਲਗਾਤਾਰ ਲੋਕ ਜਿਹੜੇ ਹੈਗੇ ਆਪਣੇ ਘਰਾਂ ਦੇ ਵਿੱਚੋਂ ਨਿਕਲੇ ਹੋਏ ਨੇ ਬਿਨਾਂ ਵਜ੍ਹਾ ਤੋਂ, ਬਿਨਾਂ ਕੰਮ ਤੋਂ। ਹਾਲਾਂਕਿ ਲਾਕਡਾਊਨ ਹੈਗਾ, ਦੁਕਾਨਾਂ ਬੰਦ ਹੈਗੀਆਂ ਨੇ ਸ਼ਹਿਰ ਦੇ ਵਿੱਚ ਤਕਰੀਬਨ ਸਾਰੀਆਂ। ਸ਼ਰਾਬ ਦੇ ਠੇਕੇ ਤੇ ਅਨਸੈਂਸ਼ੀਅਲ ਸਰਵਿਸ ਜਿਹੜੀਆਂ ਹੈਗੀਆਂ, ਖਾਣ ਪੀਣ ਦੀਆਂ ਸਮਾਨ ਦੀਆਂ ਦੁਕਾਨਾਂ ਹੈਗੀਆਂ, ਉਹ ਜ਼ਰੂਰ ਖੁੱਲੀਆਂ, ਪਰ ਬਾਕੀ ਤਕਰੀਬਨ ਜਿਹੜੀਆਂ ਦੁਕਾਨਾਂ ਹੈਗੀਆਂ ਬੰਦ ਹੈਗੀਆਂ। ਸਿਰਫ ਵਪਾਰੀਆਂ ਵੱਲੋਂ ਜ਼ਰੂਰ ਇੱਕ ਗੱਲ ਕਹੀ ਜਾ ਰਹੀ ਹੈ ਵੀ ਜਿਹੜਾ ਵੀਕਐਂਡ ਲਾਕਡਾਊਨ ਦਾ ਫੈਸਲਾ ਹੈਗਾ ਉਹਨੂੰ ਉਹਦੇ ਬਾਰੇ ਸੋਚਣਾ ਚਾਹੀਦਾ। ਆਮ ਦੁਕਾਨਦਾਰ ਜਿਹੜੇ ਹੈਗੇ ਜਿਹੜੇ ਨੋਟ ਐਸੈਂਸ਼ੀਅਲ ਸਰਵਿਸ ਵਾਲੀਆਂ ਦੁਕਾਨਾਂ ਹੈਗੀਆਂ ਉਹਨਾਂ ਨੂੰ ਵੀ ਖੋਲ੍ਹਣ ਦੀ ਕਿਤੇ ਨਾ ਕਿਤੇ ਇਜਾਜ਼ਤ ਦਿੱਤੀ ਜਾਵੇ। ਪਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਚੌਂਕ ਹੈਗਾ, ਚੌਂਕ ਚੌਰਾਹਾ ਹੈਗਾ, ਜਿੱਥੇ ਹਰ ਵੇਲੇ ਪੁਲਿਸ ਮੁਸਤੈਦ ਰਹਿੰਦੀ ਹੈ, ਪਰ ਇਸ ਵੇਲੇ ਪੁਲਿਸ ਦਾ ਕੋਈ ਵੀ ਕਰਮਚਾਰੀ ਉੱਥੇ ਨਹੀਂ ਹੈਗਾ। ਇੱਕ ਪੀਸੀਆਰ ਤੁਹਾਨੂੰ ਧੰਨਵਾਦ ਸਾਡਾ ਜੁੜਨ ਦੇ ਲਈ। ਜਿਹੜੀਆਂ ਤਸਵੀਰਾਂ ਤੁਸੀਂ ਦਿਖਾਈਆਂ ਨੇ ਇਸ ਦੇ ਉੱਤੇ ਮੈਂ ਸਵਾਲ ਜਵਾਬ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗਾ। ਸੰਧੂ ਸਾਹਿਬ ਸਾਡੇ ਨਾਲ ਨੇ। ਸੰਧੂ ਸਾਹਿਬ, ਦੇਖੋ ਜਿਹੜੇ ਲੋਕਾਂ ਦੀ, ਜਿਹੜੀ ਦੁਕਾਨਦਾਰਾਂ ਦਾ ਇੱਕ ਇਹ ਵੀ ਇਤਰਾਜ਼ ਹੈ ਕਿ ਸਖਤੀ ਤਾਂ ਹੈ ਨਹੀਂ, ਉਹਨਾਂ ਦੀਆਂ ਦੁਕਾਨਾਂ ਬੰਦ ਨੇ ਪਰ ਬਾਹਰ ਭੀੜ ਦੇ ਵਿੱਚ ਕੋਈ ਫਰਕ ਨਹੀਂ। ਬਾਜ਼ਾਰਾਂ ਜਿਹੜੀਆਂ ਦੁਕਾਨਾਂ ਖੁੱਲੀਆਂ ਨੇ ਉੱਥੇ ਵੀ ਲੋਕ ਆ ਜਾ ਰਹੇ ਨੇ। ਤੇ ਇਨਫੈਕਟ ਲੋਕਾਂ ਦਾ ਇਹ ਵੀ ਕਹਿਣਾ ਕਿ ਵੀਕਐਂਡ ਦੇ ਉੱਤੇ ਤਾਂ ਖਰੀਦਦਾਰੀ ਹੁੰਦੀ ਹੈ ਸ਼ਨੀਵਾਰ ਐਤਵਾਰ ਨੂੰ, ਜੇਕਰ ਉਹ ਤੁਸੀਂ ਬੰਦ ਕਰ ਦੋਗੇ ਤਾਂ ਸਾਡੇ ਰੋਜ਼ਗਾਰ ਦੇ ਉੱਤੇ, ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਜ਼ਿਕਰ ਹੋ ਰਿਹਾ ਸੀ, ਜਿਵੇਂ ਮੋਹਾਲੀ ਵਾਲੇ ਵੀ ਜ਼ਿਕਰ ਕਰ ਰਹੇ ਸੀ ਕਿ ਬਹੁਤ ਜ਼ਿਆਦਾ ਦਿੱਕਤ ਹੋਏਗੀ। ਫਿਰ ਦੇਖੋ ਗੌਰਵ ਜੀ, ਸਮੇਂ-ਸਮੇਂ ਤੇ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਤੋਂ ਬੜਾ ਸੀਰੀਅਸਲੀ ਰਿਵਿਊ ਕਰਦੇ ਰਹੇ ਹੈਗੇ। ਔਰ ਜਦੋਂ ਆ ਮਹੀਨਾ ਅਗਸਤ ਐਂਡ ਤੋਂ ਲੈ ਕੇ ਸਤੰਬਰ ਦਾ ਆਉਣਾ ਸੀਗਾ, ਇਸ ਦੀ ਪੀਕ ਨੂੰ ਦੇਖਦਿਆਂ ਹੋਇਆਂ ਇਹ ਆਪਾਂ ਹੁਣ ਤੁਸੀਂ ਜਿਹੜੀਆਂ ਫੋਟੋਆਂ ਦਿਖਾ ਰਹੇ ਹੋ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹੋ, ਮੈਂ ਇਸ ਬਾਰੇ ਹੀ ਜਿੰਨੀ ਕਿ ਮੈਂ ਦੇਖ ਪਾ ਰਿਹਾ
ਆਮ ਤੌਰ ਤੇ ਆਹੀ ਜਿਹੜੀ ਸੜਕ ਹੈ ਔਰ ਆਮ ਦਿਨ ਜਿੱਦਣ ਕਿ ਕਰਫਿਊ ਨਹੀਂ ਹੁੰਦਾ, ਦੈਟ ਮੀਨਸ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਨੂੰ ਇੱਥੇ ਲਾਈਨਾਂ ਲੱਗੀਆਂ ਹੁੰਦੀਆਂ ਜੀ। ਹਾਂ, ਮੈਂ ਵੀ ਟ੍ਰੈਫਿਕ ਦੇਖ ਰਿਹਾ, ਚੱਲ ਰਿਹਾ ਹੈ, ਪਰ ਉਹ ਟ੍ਰੈਫਿਕ ਦੇ ਵਿੱਚ ਐਸੈਂਸ਼ੀਅਲ ਆਈਟਮਸ ਵਾਲੇ ਆ ਲੋਕ ਜਿਹੜੇ ਆਪਦੇ ਕੰਮਾਂ ਕਾਰਾਂ ਦੇ ਡਿਊਟੀਆਂ ਕਰ ਰਹੇ ਹੈਗੇ ਆ, ਜਿੱਥੇ ਜਿੱਥੇ ਉਹਨਾਂ ਦੀ ਡਿਊਟੀ ਹੈਗੀ ਆ ਉਹ ਹੈਗੇ ਆ। ਇਸ ਕਿਸਮ ਦੇ ਲੋਕ ਤਾਂ ਇਹ ਤਾਂ ਆਪਾਂ ਲੌਕ ਕੀਤਾ ਹੀ ਹੈਗਾ, ਉਹ ਤਾਂ ਉਹਨਾਂ ਨੇ ਆਪਦੀ ਡਿਊਟੀਆਂ ਤੇ ਪਹੁੰਚਣਾ ਹੈ, ਸੋ ਉਹ ਜ਼ਰੂਰ ਹੋਣਗੇ। ਪਰ ਹਾਂ, ਹੋ ਸਕਦਾ ਕੁਝ ਆਮ ਲੋਕ ਵੀ ਇਸ ਚੀਜ਼ ਦਾ ਫਾਇਦਾ ਉਠਾ ਕੇ ਵੀ ਇਸ ਟਾਈਮ, ਕਿਉਂਕਿ ਆਹ ਟਾਈਮ ਜਿਹੜਾ ਹੁੰਦਾ ਸ਼ਿਫਟਾਂ ਵੀ ਚੇਂਜ ਹੁੰਦੀਆਂ ਇੰਡਸਟਰੀ ਆਪਣੀ ਨਾਰਮਲ ਜਿਵੇਂ ਹੈਗੀ ਉਵੇਂ ਚੱਲ ਰਹੀ ਹੈਗੀ ਆ। ਮੈਂ ਤਾਂ ਸ਼ੁਰੂਆਤ ਵਿੱਚ ਹੀ ਆਪ ਹੀ ਇਹ ਬੇਨਤੀ ਕਰ ਦਿੱਤੀ ਸੀ ਕਿ ਬਿਲਕੁਲ ਜਿੰਨੀਆਂ ਐਸੋਸੀਏਸ਼ਨਸ ਹੈਗੀਆਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਦੁਕਾਨਦਾਰ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਸ ਕਿਸਮ ਦਾ ਉਹਨਾਂ ਨੇ ਸਰਕਾਰ ਦੇ ਨਾਲ ਜਿਹਨੂੰ ਕਹਿ ਲਓ ਇੱਕ ਬੜਾ ਅੱਛਾ ਸਰਕਾਰ ਦੇ ਹਰ ਫੈਸਲੇ ਨੂੰ ਮੰਨਿਆ ਹੈਗਾ। ਔਰ ਜਦੋਂ ਆਪਾਂ ਇਸ ਲੜਾਈ ਦੇ ਫੈਸਲਾਕੁਨ ਦੌਰ 'ਚ ਆ ਗਏ ਹਾਂ ਜਿੱਥੇ ਕਿ ਇਹ ਜਿਹੜੀ ਬਿਮਾਰੀ ਸੀ ਇਹਨੇ ਆਪਣੇ ਰਾਜ ਦੇ ਵਿੱਚ ਪੀਕ ਕਰਨਾ ਸੀ, ਜੇ ਉਸ ਟਾਈਮ ਆਪਾਂ ਕੁਝ ਇਸ ਕਿਸਮ ਦੇ ਕਦਮ ਨਾ ਚੱਕੀਏ ਗੌਰਵ ਜੀ, ਤਾਂ ਉਹ ਵੀ ਕੁਝ ਉਚਿਤ ਨਹੀਂ ਲੱਗਦਾਗਾ। ਇਸ ਕਰਕੇ ਜਿਵੇਂ ਕਿਹਾ ਕਿ ਫਿਰ ਇੱਕ ਵਾਰੀ ਬੇਨਤੀ ਹੈ ਸਾਰਿਆਂ ਨੂੰ ਕਿ ਆਹ 2 ਹਫ਼ਤਿਆਂ ਦਾ ਹੋਰ ਸਮਾਂ ਰਹਿ ਗਿਆ, ਮਤਲਬ ਕਿ 2-4 ਦਿਨ ਇਹੋ ਜਿਹੇ ਹੋਰ ਹੈਗੇ ਆ ਜੇ ਆਪਾਂ ਲੈ ਕੇ ਚੱਲੀਏ 15 ਦਿਨ ਹੋਰ, ਜਿਹਦੇ ਵਿੱਚ ਆਪਾਂ ਨੂੰ ਦਿੱਕਤ ਆ ਸਕਦੀ ਹੈ। ਉਸ ਤੋਂ ਬਾਅਦ ਆਪਣਾ ਜਿਹੜਾ ਮਿਸ਼ਨ ਫਤਿਹ ਹੈ, ਵਾਹਿਗੁਰੂ ਕਿਰਪਾ ਕਰੂਗਾ, ਉਸ 'ਚ ਆਪਾਂ ਫਤਿਹ ਪਾਵਾਂਗੇ। ਔਰ ਜਿਹੜਾ ਇਹ ਬਿਮਾਰੀ ਜਿਹੜੀ ਆ ਪਿੱਛੇ ਜਿਹੇ ਦਿਨਾਂ 'ਚ ਕੁਝ ਵਧੀ ਹੈਗੀ ਹੈ, ਟੈਸਟ ਵੀ ਬਹੁਤ ਵੱਧ ਗਿਆ, ਅੱਜ ਆਪਾਂ 22 ਤੋਂ 24 ਹਜ਼ਾਰ ਦੇ ਆਸ-ਪਾਸ ਟੈਸਟ ਕਰ ਰਹੇ ਹੈਗੇ ਆ। ਸੋ ਜਿਸ ਤਰੀਕੇ ਨਾਲ ਇਸ ਬਿਮਾਰੀ ਤੇ ਆਪਾਂ ਕੰਟਰੋਲ ਪਾਈ ਚੱਲਾਂਗੇ, ਉਸੇ ਤਰੀਕੇ ਨਾਲ ਜਿਹੜੀ ਇਹ ਨਰਮੀ ਹੈਗੀ ਹੈ, ਜਿਹੜੇ ਆਪਾਂ ਇਹ ਬਣਾਏ ਹੈਗੇ ਆ ਉਹਨਾਂ ਤੇ ਆਪਾਂ ਨਰਮੀ ਲੈ ਕੇ ਆਵਾਂਗੇ ਰੂਲਾਂ ਵਿੱਚ ਜੀ। ਚਲੋ ਸਰ, ਉਮੀਦ ਕਰਾਂਗੇ ਕਿ ਜਲਦੀ ਅਸੀਂ ਇਸ ਦੌਰ ਦੇ ਵਿੱਚੋਂ ਨਿਕਲੀਏ, ਕਿਉਂਕਿ ਲਾਕਡਾਊਨ ਦੀ ਵਜ੍ਹਾ ਨਾਲ ਦਿੱਕਤ ਤਾਂ ਸਭ ਨੂੰ ਹੋ ਰਹੀ ਹੈ, ਤੁਸੀਂ ਵੀ ਮੰਨੋਗੇ। ਸਾਡੇ ਨਾਲ ਬਣੇ ਰਹੋ, ਮੈਂ ਤੁਹਾਨੂੰ ਪਟਿਆਲਾ ਦਾ ਵੀ ਹਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਪਟਿਆਲਾ ਤੋਂ ਸਾਡੇ ਸਹਿਯੋਗੀ ਮਨੋਜ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ। ਮਨੋਜ, ਕੀ ਕੁਝ ਪਟਿਆਲਾ ਦੇ ਵਿੱਚ ਜਿਹੜੇ ਵਪਾਰੀ ਨੇ, ਦੁਕਾਨਦਾਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ? ਮਨੋਜ ਜੀ ਬਿਲਕੁਲ ਗੌਰਵ, ਜਿਹੜੇ ਵਪਾਰੀ ਨੇ, ਦੁਕਾਨਦਾਰ ਨੇ, ਉਹਨਾਂ ਨੇ ਲਾਕਡਾਊਨ ਦਾ ਵਿਰੋਧ ਕੀਤਾ। ਤੁਸੀਂ ਦੇਖੋ ਕਿ 6:30 ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਿਹੜਾ ਬਾਜ਼ਾਰ ਹੈਗਾ ਪਟਿਆਲਾ ਦਾ ਬਿਲਕੁਲ ਬੰਦ ਹੈ, ਪਰ ਲੋਕਾਂ ਦੀ ਆਵਾਜਾਈ ਬਿਲਕੁਲ ਚੱਲ ਰਹੀ ਹੈ। ਜਿਹੜੇ ਵਪਾਰੀ ਨੇ ਦੁਕਾਨਾਂ ਬੰਦ ਕਰਕੇ ਬਿਲਾ ਖੜੇ ਨੇ, ਬਿਲਕੁਲ ਖੜੇ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਕਿ ਆਖਿਰ ਉਹ ਦੁਕਾਨਾਂ ਬੰਦ ਕਿਉਂ ਕਰ ਰਹੇ ਨੇ ਤੇ ਦੁਕਾਨਾਂ ਖੋਲ੍ਹਣ ਦਾ ਕੀ ਸਿਸਟਮ ਹੈ। ਗੁਪਤਾ ਜੀ, ਤੁਸੀਂ ਬਾਜ਼ਾਰ ਬੰਦ ਪਿਆ ਪਰ ਲੋਕਾਂ ਦੀ ਆਵਾਜਾਈ ਜਾਰੀ ਹੈ, ਦੁਕਾਨਦਾਰ ਹੋਣ ਦੇ ਨਾਤੇ, ਵਪਾਰ ਮੰਡਲ ਆਗੂ ਹੋਣ ਦੇ ਨਾਤੇ ਕੀ ਸੋਚਦੇ ਹੋ? ਮੈਂ ਰਕੇਸ਼ ਗੁਪਤਾ, ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਪਟਿਆਲਾ। ਤਾਂ ਮੈਂ ਸਭ ਤੋਂ ਪਹਿਲਾਂ ਤਾਂ ਨਿਊਜ਼ 18 ਦਾ ਧੰਨਵਾਦ ਕਰਦਾ ਹਾਂ, ਔਰ ਉਸ ਤੋਂ ਬਾਅਦ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਅੱਜ ਜੋ ਵਪਾਰੀਆਂ ਦਾ ਹਾਲਤ ਹੈ, ਬਹੁਤ ਮਾੜੀ ਹਾਲਤ ਹੈ। ਵਪਾਰੀ ਪਿਛਲੇ 6 ਮਹੀਨਿਆਂ ਤੋਂ ਆਪਣਾ ਕਾਰੋਬਾਰ ਬੰਦ ਕਰਕੇ ਘਰ ਬੈਠੇ ਨੇ, ਔਰ ਕਦੀ ਓਡੀਬਨ ਦਾ ਸਿਸਟਮ ਸ਼ੁਰੂ ਹੋ ਜਾਂਦਾ, ਕਦੀ ਇੱਕ ਲਾਈਨ ਖੋਲ੍ਹੋ, ਇੱਕ ਲਾਈਨ ਬੰਦ ਕਰੋ। ਤੇ ਹੁਣ ਜੋ 6:30 ਵਜੇ ਤੱਕ ਦਾ ਟਾਈਮ ਹੈ, ਸ਼ਨੀਵਾਰ ਔਰ ਐਤਵਾਰ ਬੰਦ ਹੈ, ਔਰ ਬਹੁਤ ਹੋਟਲ, ਰੈਸਟੋਰੈਂਟ ਉਹ ਜਿਨ੍ਹਾਂ ਦਾ ਟਾਈਮ 6:30 ਵਜੇ ਹੈ, ਜੋ ਕਿ ਖਰੀਦਦਾਰੀ ਦਾ ਜਿਹੜਾ ਟਾਈਮ ਹੈ ਉਹ ਸ਼ਾਮ ਨੂੰ 6 ਵਜੇ ਤੋਂ ਬਾਅਦ ਹੀ ਹੁੰਦਾ ਹੈ, ਅਤੇ ਸ਼ਨੀ ਐਤਵਾਰ ਨੂੰ ਹੀ ਖਰੀਦਦਾਰੀ ਹੋ ਸਕਦੀ ਹੈ। ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ, ਜ਼ਿਲ੍ਹਾ ਪ੍ਰਸ਼ਾਸਨ ਤੋਂ, ਵੀ ਦੁਕਾਨਾਂ ਦਾ ਜਿਹੜਾ ਟਾਈਮ ਹੈ 6:30 ਦੀ ਜਗ੍ਹਾ ਤੇ 8 ਵਜੇ ਦਾ ਕੀਤਾ ਜਾਵੇ, ਔਰ ਹੋਟਲ ਰੈਸਟੋਰੈਂਟ ਦਾ ਜਿਹੜਾ ਟਾਈਮ ਹੈ ਉਹ 10 ਵਜੇ ਦਾ ਕੀਤਾ ਜਾਵੇ, ਔਰ ਜਿਹੜੇ ਕਾਰੋਬਾਰ ਸਾਡੇ ਬੰਦ ਪਏ ਨੇ ਉਹਨੂੰ ਜਲਦੀ ਤੋਂ ਜਲਦੀ ਖੁਲਵਾਇਆ ਜਾਵੇ, ਔਰ ਸ਼ਨੀਵਾਰ ਨੂੰ ਖੋਲ੍ਹਿਆ ਜਾਵੇ। ਕਿਉਂਕਿ ਜਦੋਂ ਕੋਈ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਕੋਈ ਖਰੀਦਦਾਰੀ ਕਰਨੀ ਹੈ ਤਾਂ ਸ਼ਾਮ ਨੂੰ 6:30 ਵਜੇ ਆਏਗਾ ਮਾਰਕੀਟ, ਤਾਂ ਵੀ ਮਾਰਕੀਟ ਬੰਦ ਹੋ ਗਈ, ਔਰ ਸ਼ਨੀਵਾਰ ਦੀ ਵੀ ਬੰਦ ਹੈ। ਐਤਵਾਰ ਨੂੰ ਅਸੀਂ ਬੰਦ ਕਰਨ ਨੂੰ ਤਿਆਰ ਹਾਂ। ਠੇਕੇ ਵਾਲੇ ਵੀ ਸਾਡੇ ਵਪਾਰੀ ਭਰਾ ਹੀ ਨੇ, ਜੇ ਠੇਕੇ ਖੁੱਲ੍ਹੇ ਤਾਂ ਸਾਡੇ ਦੁਕਾਨਾਂ ਵੀ ਖੁਲਵਾ ਦਿਓ, ਅਸੀਂ ਵੀ ਰੈਵਨਿਊ ਦਿੰਦੇ ਦੋਨੋਂ ਸਰਕਾਰਾਂ ਨੂੰ, ਬੇਸ਼ੱਕ ਪੰਜਾਬ ਸਰਕਾਰ ਹੈ, ਬੇਸ਼ੱਕ ਕੇਂਦਰ ਸਰਕਾਰ ਹੈ। ਗੌਰਵ ਜੀ, ਇਹ ਵਪਾਰ ਮੰਡਲ ਦੇ ਆਗੂ ਨੇ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜਾ ਸਮਾਂ ਹੈਗਾ ਦੁਕਾਨਾਂ ਦਾ ਉਹ ਬਿਲਕੁਲ ਗਲਤ ਹੈ, ਕਿਉਂਕਿ 6:30 ਵਜੇ ਤੋਂ ਬਾਅਦ ਹੀ ਖਰੀਦਦਾਰੀ ਸ਼ੁਰੂ ਹੁੰਦੀ ਹੈ, ਯਾਨੀ ਕਿ ਜੇ 8 ਵਜੇ ਤੱਕ ਵੀ ਦੁਕਾਨਾਂ ਖੁੱਲੀਆਂ ਰਹਿਣਗੀਆਂ ਤਾਂ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ, ਖਾਸ ਕਰਕੇ ਦੁਕਾਨਦਾਰਾਂ ਨੂੰ ਜਿਹੜੇ ਲਗਭਗ 5 ਮਹੀਨੇ ਤੋਂ ਆਪਣਾ ਕਾਰੋਬਾਰ ਠੱਪ ਕਰੀ ਬੈਠੇ ਨੇ ਤੇ ਆਰਥਿਕ ਮੰਦੀ ਨਾਲ ਜੂਝ ਰਹੇ ਨੇ। ਜੀ ਬਿਲਕੁਲ, ਮੈਂ ਕੈਪਟਨ ਸੰਦੀਪ ਸੰਧੂ ਸਾਡੇ ਨਾਲ ਨੇ। ਸੰਧੂ ਸਾਹਿਬ, ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਸਿੱਧੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਣ, ਤਾਂ ਅਸੀਂ ਤੁਹਾਨੂੰ ਵੀ ਨਾਲ ਜੋੜਿਆ, ਤੁਸੀਂ ਸਾਨੂੰ ਸਮਾਂ ਦਿੱਤਾ ਹੈ। ਪਰ ਸੰਧੂ ਸਾਹਿਬ, ਸਵਾਲ ਤਾਂ ਹੁਣ ਲੋਕ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਵੀ ਲਗਾਤਾਰ ਪੁੱਛਦੇ ਨੇ ਕਿ ਜੇਕਰ ਉਹਨਾਂ ਨੂੰ 7 ਦਿਨ ਖੋਲਣ ਦੀ ਇਜਾਜ਼ਤ ਹੈ ਤਾਂ ਫਿਰ ਹੋਰ ਦੁਕਾਨਦਾਰਾਂ ਨੂੰ ਕਿਉਂ ਨਹੀਂ? ਤੇ ਦੂਜਾ, ਵਾਰ-ਵਾਰ ਇਹੀ ਜ਼ਿਕਰ ਹੋ ਰਿਹਾ ਕਿ ਈਵਨਿੰਗ ਟਾਈਮ ਤਾਂ ਦੁਕਾਨਦਾਰਾਂ ਦੇ ਕੰਮ ਦਾ ਟਾਈਮ ਹੁੰਦਾ, ਉਸ ਸਮੇਂ ਤਾਂ ਵਪਾਰ ਦਾ ਟਾਈਮ ਹੁੰਦਾ, ਤੁਸੀਂ ਉਹੀ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਤੇ ਜਿਸ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਕੰਮਕਾਜ ਦੇ ਉੱਤੇ।
ਦੇਖੋ ਗੌਰਵ ਜੀ, ਆਪਾਂ ਤੱਕੜੀ 'ਚ ਤਰਾਜ਼ੂ 'ਚ ਤੋਲ ਸਕਦੇ ਹਾਂ। ਇੱਕ ਪਾਸੇ ਜ਼ਿੰਦਗੀ ਹੈ, ਜ਼ਿੰਦਗੀ ਦਾ ਫੈਸਲਾ ਹੈ, ਦੂਜੇ ਪਾਸੇ ਆਰਥਿਕ ਜਿਹੜਾ ਤਕਲੀਫਾਂ ਆ ਰਹੀਆਂ ਵਪਾਰੀ ਭਰਾਵਾਂ ਨੂੰ, ਸਾਰੇ ਵਰਗ ਨੂੰ ਨਹੀਂ, ਕੁਝ ਵਰਗ ਨੂੰ ਆ ਰਹੀਆਂ ਤਕਲੀਫਾਂ, ਸਪੈਸ਼ਲੀ ਜਿਹੜੇ ਸਾਡੇ ਦੁਕਾਨਦਾਰ ਭਰਾ ਜਿਹੜੇ ਨੌਨ ਐਸੈਂਸ਼ੀਅਲ ਆਈਟਮਸ ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ, ਔਰ ਹਾਂ ਜਿਹੜੀ ਹੋਟਲ ਇੰਡਸਟਰੀ ਹੈਗੀ ਆ ਖਾਸ ਕਰਕੇ ਉਹਨੂੰ ਇਸ ਗੱਲ ਦੀ ਬੜੀ ਦਿੱਕਤ ਆ ਰਹੀ ਹੈਗੀ ਆ। ਮੈਂ ਜਿਵੇਂ ਦੇਖੋ, ਮੈਂ ਸਵਾਲ ਤੁਹਾਡੇ ਜਿਵੇਂ ਮਰਜ਼ੀ ਤੁਸੀਂ ਮੈਨੂੰ ਪੁੱਟ ਕਰ ਦਿਓ, ਜਵਾਬ ਉਹਦਾ ਉੱਥੇ ਆ ਕੇ ਰੁਕਣਾ ਹੈਗਾ ਕਿ ਆਹ ਪੀਕ ਟਾਈਮ ਸੀ ਜਦੋਂ ਆਪਾਂ ਸ਼ੁਰੂਆਤ ਹੋਈ ਸੀ ਇਸ ਬਿਮਾਰੀ ਦੀ। ਇੱਕ ਆਪਾਂ ਉਦੋਂ ਬੜੇ ਫੈਸਲਾਕੁਨ ਕਦਮ ਚੱਕੇ ਜਿਸ ਕਰਕੇ ਆਪਾਂ ਸ਼ੁਰੂ ਦੇ ਵਿੱਚ ਹੀ ਇਸ ਬਿਮਾਰੀ ਤੇ ਕਾਫੀ ਹੱਦ ਤੱਕ ਕੰਟਰੋਲ ਪਾ ਲਿਆ। ਔਰ ਉਹ ਕਦਮ ਕੀ ਸੀਗੇ? ਉਹ ਕਦਮ ਇਹੀ ਸੀ ਕਿ ਆਪਾਂ ਕਰਫਿਊ ਲਾਇਆ, ਕੰਪਲੀਟ ਬੰਦ ਕੀਤਾ। ਫਿਰ ਹੌਲੀ ਹੌਲੀ ਆਪਾਂ ਜਦੋਂ 40 ਦਿਨ ਆਪਣੇ 50 ਦਿਨ ਹੋ ਗਏ, ਆਪਾਂ ਹੌਲੀ ਹੌਲੀ ਸ਼ੁਰੂ ਕਰਨਾ, ਇੰਡਸਟਰੀ ਸ਼ੁਰੂ ਕੀਤੀ ਖੋਲ੍ਹਣੀ, ਆਮ ਆਵਾਜਾਈ ਸ਼ੁਰੂ ਕੀਤੀ, ਮੂਵਮੈਂਟ ਸ਼ੁਰੂ ਕੀਤੀਆਂ, ਔਰ ਇੱਕ ਤਰ੍ਹਾਂ ਦਾ ਆਪਾਂ ਜਮਾਂ ਆਮ ਜਨ ਜੀਵਨ ਸ਼ੁਰੂ ਕਰ ਲਿਆ ਸੀ ਕੋਈ ਤਕਰੀਬਨ 20 ਅਗਸਤ ਤੱਕ। 15 ਜਾਂ 10 ਅਗਸਤ ਤੋਂ ਬਾਅਦ ਜਿਹੜੇ ਕੇਸਿਸ ਸੀ ਉਹਨਾਂ ਵਿੱਚ ਇੱਕ ਲਗਾਤਾਰ ਵਾਧਾ ਜਲਦੀ ਹੋਣਾ ਸ਼ੁਰੂ ਹੋਇਆ, ਔਰ 20 ਅਗਸਤ ਦੇ ਆਸ-ਪਾਸ ਕਾਫੀ ਜ਼ਿਆਦਾ ਜਿਹੜੀ ਸੀ ਤਾਦਾਦ ਜਿਹੜੀ ਸੀ ਇਹਨਾਂ ਕੇਸਾਂ ਦੀ ਵੱਧ ਗਈ। ਔਰ ਉਹੀ ਗੱਲ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਮਾਰਚ 'ਚ ਆਖੀ ਸੀ ਵੀ ਸਤੰਬਰ ਦਾ ਮਹੀਨਾ ਇੱਕ ਬੜਾ ਇਸ ਬਿਮਾਰੀ ਨੂੰ ਲੈ ਕੇ ਆਪਣੇ ਲਈ ਇੱਕ ਬੜਾ ਅਹਿਮ ਮਹੀਨਾ ਹੋਊਗਾ, ਉਸ 'ਚ ਇਹ ਬਿਮਾਰੀ ਵਿੱਚ ਵਾਧਾ ਹੋਊਗਾ। ਕੁਝ ਕਦਮ ਇਸ ਕਿਸਮ ਦੇ ਸਰਕਾਰ ਨੂੰ ਮਜਬੂਰ ਹੋ ਕੇ ਚੱਕਣੇ ਪੈਣੇ ਸੀ। ਇਹ ਦੁਕਾਨਦਾਰਾਂ ਤੇ ਡਾਇਰੈਕਟਡ ਨਹੀਂ ਹੈਗੇ ਸਾਹਿਬ, ਇਹ ਕਿਸੇ ਦੇ ਉਸਦੇ ਜਿਹੜਾ ਬਿਜ਼ਨਸ ਹੈਗਾ ਉਸ ਤੇ ਇਫੈਕਟਡ ਨਹੀਂ। ਕੋਸ਼ਿਸ਼ ਇਹੀ ਸੀ ਕਿ ਜਿਹੜਾ ਭੀੜ ਭੜੱਕਾ ਸ਼ਾਮ ਨੂੰ 6:30 ਤੋਂ 8 ਦੇ ਵਿੱਚ ਹੀ ਸਭ ਤੋਂ ਜ਼ਿਆਦਾ ਭੀੜ ਹੁੰਦੀ ਹੈ, ਇਸ 'ਚ ਕੋਈ ਸ਼ੱਕ ਨਹੀਂ। ਖਰੀਦਦਾਰੀ ਵੀ ਉਸੇ ਟਾਈਮ ਹੁੰਦੀ ਹੈ, ਔਰ ਆਮ ਆਵਾਜਾਈ ਜਿਹੜੇ ਆਪਾਂ ਕਹਿ ਲਓ ਵੀ ਇੱਕ ਹੁੰਦਾ ਸੋਚ ਹੁੰਦੀ ਹੈ ਵੀ ਆਓ ਯਾਰ ਸ਼ਾਮ ਨੂੰ ਬਾਹਰ ਨਿਕਲੀਏ, ਗੇੜਾ ਲਾਈਏ, ਬਾਜ਼ਾਰ ਦਾ ਗੇੜਾ ਲਾਈਏ, ਫਲਾਣੇ ਏਰੀਏ ਦਾ, ਉਹ ਵੀ ਸਾਰੀ ਜਿਹੜਾ ਟਾਈਮ ਇਹੀ ਸੀਗਾ। ਔਰ ਉਸ ਭੀੜ ਨੂੰ ਇੱਕ ਤਰ੍ਹਾਂ ਦੇ ਰੋਕਣ ਲਈ ਜਾਂ ਕਾਬੂ ਪਾਉਣ ਲਈ ਬਿਲਕੁਲ ਸੰਧੂ ਸਾਹਿਬ ਤੁਸੀਂ ਉਸ ਪੁਆਇੰਟ ਦੇ ਉੱਤੇ ਵਾਪਸ ਆਏ ਹੋ, ਤੁਸੀਂ ਲਗਾਤਾਰ ਇਹੀ ਕਹਿ ਰਹੇ ਹੋ ਕਿ ਇਹ ਪੀਕ ਦਾ ਟਾਈਮ ਹੈ। ਤੁਹਾਡੇ ਕੋਲ ਵਾਪਸ ਆਉਂਗਾ, ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਲੈਣਾ। ਸਾਡੇ ਨਾਲ ਆਸ਼ੀਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਹੋਏ ਨੇ ਬਰਨਾਲਾ ਤੋਂ। ਆਸ਼ੀਸ਼, ਬਰਨਾਲਾ ਦੇ ਵਿੱਚ ਕੀ ਕੁਝ ਵੀਕਐਂਡ ਲਾਕਡਾਊਨ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਨੇ, ਕਿਉਂਕਿ ਵੱਖ-ਵੱਖ ਥਾਵਾਂ ਤੇ ਵਿਰੋਧ ਹੋਇਆ, ਬਰਨਾਲਾ ਦੀ ਕੀ ਪਿਕਚਰ ਹੈ ਆਸ਼ੀਸ਼? ਗੌਰਵ, ਜਿਵੇਂ ਵੀਕਐਂਡ ਲਾਕਡਾਊਨ ਲਗਾਤਾਰ ਜਾਰੀ ਹੈ, ਉੱਥੇ ਆਮ ਵਪਾਰੀਆਂ 'ਚ ਵੀ ਰੋਸ ਪਾਇਆ ਜਾ ਰਿਹਾ, ਕਿਉਂਕਿ ਕੁਝ ਵਪਾਰੀ ਕਨਫਿਊਜ਼ ਨੇ ਕਿਉਂਕਿ ਕਿਹੜੇ ਕਾਰੋਬਾਰ ਸਰਕਾਰ ਪ੍ਰਸ਼ਾਸਨ ਵੱਲੋਂ ਖੋਲ੍ਹਣ ਦੀ ਢੀਲ ਦਿੱਤੀ ਗਈ ਹੈ ਤੇ ਕਿਹੜੇ ਬੰਦ ਕੀਤੇ ਗਏ। ਹੁਣ ਅਸੀਂ ਖੜੇ ਹਾਂ ਮੇਨ ਬਰਨਾਲਾ ਦੇ ਧਰੋਂਦਾ ਚੌਂਕ ਵਿੱਚ। ਇੱਥੇ ਅਸੀਂ ਗੱਲ ਕਰਾਂ, ਸਾਡੇ ਇੱਥੇ ਵਪਾਰੀ ਬਿਲਕੁਲ ਸਮਾਂ ਤੇ ਬੰਦ ਕਰਨ ਲੱਗੇ, ਸਾਡੇ ਇੱਥੇ ਵਪਾਰੀ ਵੀ ਖੜੇ, ਉਹਨਾਂ ਨੂੰ ਜਾਣਾਂਗੇ। ਸਰ, ਕੀ ਨਾਮ ਤੁਹਾਡਾ? ਰਕੇਸ਼ ਕੁਮਾਰ ਜੀ। ਰਕੇਸ਼ ਜੀ, ਜਿਵੇਂ ਲੋਕ ਵੀਕਐਂਡ ਲਾਕਡਾਊਨ ਜਾਰੀ ਹੈ ਤੇ ਵਪਾਰੀਆਂ 'ਚ ਰੋਸ ਵੀ ਹੈ, ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਸਰ, ਵਪਾਰੀਆਂ ਦੀ ਕੋਈ ਸੁਣਵਾਈ ਨਹੀਂ ਹੈ। ਵਪਾਰੀ ਬਹੁਤ ਜ਼ਿਆਦਾ ਪਰੇਸ਼ਾਨ ਹੈ, ਕਿਉਂਕਿ ਇੱਕ ਤਾਂ ਇਹ ਨਹੀਂ ਸਮਝ ਆਉਂਦੀ ਵੀ ਕਿਹੜਾ ਸਾਡਾ ਵਪਾਰ, ਕਿਹੜਾ ਅਦਾਰਾ ਬੰਦ ਹੈ, ਕਿਹੜਾ ਖੁੱਲੂਗਾ। ਔਰ 70% ਦੁਕਾਨਾਂ ਖੁੱਲ੍ਹੀਆਂ, 30% ਬੰਦ ਰਹਿਣੀਆਂ। ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਕਿ ਇਹ 30% ਦੇ ਵਿੱਚ ਹੀ ਕਰੋਨਾ ਰਹਿ ਗਿਆ, ਬਾਕੀ 70% ਖੁੱਲ੍ਹੀਆਂ ਨੇ। ਜੋ ਨੰਬਰ 2 ਤੇ ਸਾਡੇ ਕੋਲੇ ਵਪਾਰੀਆਂ ਕੋਲੇ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੈਸੇ ਦੇਣ ਨੂੰ, ਉਹਨਾਂ ਨੂੰ ਪੇ ਦੇਣ ਨੂੰ ਤਾਂ ਹੈ ਨਹੀਂ। ਇੱਥੇ 5-5 ਦਿਨ 4-4 ਦਿਨ ਬੰਦ ਰੱਖਣਾ ਪੈਂਦਾ। ਇਸ ਕਰਕੇ ਅਸੀਂ ਸਰਕਾਰ ਨੂੰ ਦਰਖਾਸਤ ਕਰਦੇ ਹਾਂ ਵੀ ਸਾਰਾ ਸਿਸਟਮ ਬਣਾਓ। ਸਾਨੂੰ ਤਾਂ ਇਹੀ ਨਹੀਂ ਪਤਾ ਵੀ ਸਾਡੀ ਦੁਕਾਨ ਸਵੇਰੇ ਖੁੱਲੂ ਕਿ ਨਹੀਂ ਖੁੱਲੂ, ਕੋਈ ਸਿਸਟਮ। ਬਿਲਕੁਲ ਤਾਂ ਇਹ ਦਿੱਕਤ ਜ਼ਰੂਰ ਹੈ। ਆਸ਼ੀਸ਼, ਮੈਂ ਤੁਹਾਨੂੰ ਵਿਚਾਲੇ ਰੋਕਣਾ ਚਾਹੁੰਦਾ, ਸ਼ੁਕਰੀਆ। ਜਿਹੜਾ ਸਵਾਲ ਸੀ ਅਸੀਂ ਲੈਣਾ ਚਾਹ ਰਹੇ ਸੀ ਵਪਾਰੀਆਂ ਦਾ, ਉਹ ਸਾਡੇ ਕੋਲ ਬਰਨਾਲੇ ਤੋਂ ਆ ਗਿਆ। ਮੈਂ ਇੱਕ ਵਾਰ ਰੁਕ ਕਰ ਲੈਂਦੇ ਹਾਂ ਹੁਸ਼ਿਆਰਪੁਰ ਦਾ। ਸਤਪਾਲ ਰਤਨ ਸਾਡੇ ਨਾਲ ਨੇ ਉੱਥੋਂ। ਸਤਪਾਲ, ਹੁਸ਼ਿਆਰਪੁਰ ਦੇ ਵਿੱਚ ਵੀ ਕੀ ਵੀਕਐਂਡ ਲਾਕਡਾਊਨ ਦਾ ਵਿਰੋਧ ਹੋਇਆ? ਕੋਈ ਦੁਕਾਨਾਂ ਖੁੱਲੀਆਂ ਜਾਂ ਨਹੀਂ? ਸਤਪਾਲ ਜੀ ਗੌਰਵ, ਮੈਂ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਪੰਜਾਬ ਵਰਗੀ ਸਥਿਤੀ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵਪਾਰੀ ਆ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਵੀਕਐਂਡ ਲਾਕਡਾਊਨ ਦਾ। ਅਸੀਂ ਇਸ ਵੇਲੇ ਹੁਸ਼ਿਆਰਪੁਰ ਦੇ ਵਿੱਚ ਹਾਂ। ਇੱਥੇ ਹਾਲਾਂਕਿ ਜਿਹੜੇ ਵਪਾਰੀ ਉਹਨਾਂ ਨੇ ਵਿਰੋਧ ਤਾਂ ਨਹੀਂ ਕੀਤਾ, ਲੇਕਿਨ ਇਤਰਾਜ਼ ਜ਼ਰੂਰ ਜਤਾਇਆ, ਕਿਉਂਕਿ ਪਿਛਲਾ ਹਫ਼ਤਾ ਪਰ ਜੇ ਦੇਖਿਆ ਜਾਵੇ ਤਾਂ 5 ਦਿਨ ਕੰਮ ਦੁਕਾਨਾਂ ਤੇ ਨਾ ਦੇ ਕਰੀਬ ਹੈ। ਲੇਕਿਨ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਲਾਕਡਾਊਨ ਲਗਾਤਾ, ਉਸ ਤੋਂ ਕਾਫੀ ਖਫਾ ਨੇ। ਅਸੀਂ ਇਸ ਵੇਲੇ ਖੜੇ ਹਾਂ ਹੁਸ਼ਿਆਰਪੁਰ ਗਊਸ਼ਾਲਾ ਬਾਜ਼ਾਰ ਦੇ ਵਿੱਚ, ਜਿੱਥੇ ਕਾਫੀ ਤਾਦਾਦ ਦੇ ਵਿੱਚ ਰਸ਼ ਹੁੰਦਾ ਸੀ। ਅਸੀਂ ਕੁਝ ਵਪਾਰੀ ਨਾਲ ਗੱਲ ਕਰਦੇ ਹਾਂ। ਆਫਟਰ ਜਿਹੜਾ ਸਰਕਾਰ ਨੇ ਲਾਕਡਾਊਨ ਲਗਾਇਆ, ਉਸਦਾ ਕੀ ਉਹਨਾਂ ਨੂੰ ਨੁਕਸਾਨ ਹੋਇਆ? ਸਿਰਫ ਕੀ ਨੁਕਸਾਨ ਹੋਇਆ ਤੁਹਾਨੂੰ ਲਾਕਡਾਊਨ ਦਾ? ਸਰਕਾਰ ਨੇ ਕਹਿਣਾ ਵੀ ਅਸੀਂ ਬਹੁਤ ਇੱਕ ਸੋਚ ਕੇ ਸਮਝ ਕੇ ਵਪਾਰੀਆਂ ਨੂੰ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪਹਿਲਾਂ ਹਫ਼ਤਾ ਭਰ ਦੁਕਾਨਾਂ ਬੰਦ ਰਹਿੰਦੀਆਂ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਿਹੜਾ ਇਹ ਲਾਕਡਾਊਨ ਕੀਤਾ ਸਾਡੇ ਹਿਫਾਜ਼ਤ ਲਈ ਕੀਤਾ, ਸਾਡੇ ਭਲੇ ਲਈ ਕੀਤਾ। ਜਿਹੜਾ ਸਿਰਫ ਸਾਨੂੰ ਇਤਰਾਜ਼ ਇੱਕੋ ਚੀਜ਼ ਦਾ, ਜਿਹੜਾ ਟਾਈਮ ਥੋੜਾ ਦਿੰਦੇ ਨਾ ਜੀ, ਗਾਹਕ ਇੱਕਦਮ ਰਸ਼ ਪਾਉਣ ਦੀ ਕੋਸ਼ਿਸ਼ ਕਰਦਾ।
ਜੇ ਜਿੱਦਾਂ 6:30 ਵਜੇ ਆ ਇਹ ਠੀਕ ਹੈ 7:30 ਤਾਂ ਵਿਰੋਧ ਤਾਂ ਕਿਤੇ ਨਾ ਕਿਤੇ ਹੋ ਰਿਹਾ ਹੈ। ਸੰਧੂ ਸਾਹਿਬ, ਮੈਂ ਇੱਕ ਆਖਰੀ ਛੋਟਾ ਜਿਹਾ ਤੁਹਾਡੇ ਤੋਂ ਸਵਾਲ ਜ਼ਰੂਰ ਜਾਣਨਾ ਚਾਹਾਂਗਾ ਕਿ ਇਹ ਸਿਲਸਿਲਾ ਕਦੋਂ ਖਤਮ ਹੋਏਗਾ? ਜਿਹੜੇ ਦੁਕਾਨਾਂ ਨੇ ਦੁਕਾਨਾਂ ਖੋਲ੍ਹੀਆਂ, ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ? ਤੇ ਦੂਜਾ ਇਹ ਵੀ ਕਿ ਜਿਹੜੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕੀਤੀਆਂ ਨੇ ਉਹ ਇਹ ਕਹਿ ਰਹੇ ਨੇ ਕਿ ਸਖਤੀ ਨਹੀਂ ਤੁਸੀਂ ਕਰ ਰਹੇ, ਕਿ ਸਖਤੀ ਕਰ ਦਿਓ। ਜੇਕਰ ਕਰਫਿਊ ਦਾ ਅਸਰ ਨਜ਼ਰ ਆ ਰਿਹਾ ਜਾਂ ਲਾਕਡਾਊਨ ਦਾ ਅਸਰ ਨਜ਼ਰ ਆ ਰਿਹਾ ਤਾਂ ਸਾਨੂੰ ਕੋਈ ਦਿੱਕਤ ਨਹੀਂ। ਬਿਲਕੁਲ ਠੀਕ ਹੈ ਗੌਰਵ ਜੀ, ਕਾਫੀ ਅੱਛੀਆਂ ਜਿਹੜੇ ਪ੍ਰਧਾਨ ਹੈਗੇ ਆ ਵੇਰੀਅਸ ਤੁਹਾਡੇ ਚੈਨਲ ਨਿਊਜ਼ 18 ਰਾਹੀਂ ਜਿਨ੍ਹਾਂ ਨੇ ਰੂਬਰੂ ਹੋਏ ਆ, ਔਰ ਜੋ ਗੱਲਾਂ ਉਹਨਾਂ ਨੇ ਰੱਖੀਆਂ ਹੈਗੀਆਂ ਇਸ ਤੁਹਾਡੇ ਚੈਨਲ ਰਾਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਪਹੁੰਚਾਵਾਂਗਾ। ਔਰ ਇਹ ਜਿਹੜੀਆਂ ਇਹਨਾਂ ਨੂੰ ਤਕਲੀਫਾਂ ਆ ਰਹੀਆਂ, ਦਿੱਕਤਾਂ ਆ ਰਹੀਆਂ, ਉਹਨਾਂ ਬਾਰੇ ਜ਼ਰੂਰ ਜਾਣਕਾਰੀ ਦੇਵਾਂਗਾ। ਔਰ ਜਿਸ ਤਰ੍ਹਾਂ ਮੈਂ ਆਖਿਆ ਕਿ ਮੈਂ ਸ਼ੁਰੂ 'ਚ ਵੀ ਆਖਿਆ ਸੀ, ਜਿਸ ਤਰੀਕੇ ਨਾਲ ਉਹ ਹਰ ਹਫਤੇ 2 ਵਾਰੀ ਹਰ ਤੀਜੇ ਦਿਨ ਰਿਵਿਊ ਕਰਦੇ ਆ ਪੂਰੀ ਸਥਿਤੀ ਨੂੰ, ਲਗਾਤਾਰ ਨਜ਼ਰ ਰੱਖਦੇ ਹੈਗੇ ਆ। ਸੋ ਜਿਵੇਂ ਉਹ ਛੇਤੀ ਹੀ ਜਿਵੇਂ ਉਹਨਾਂ ਨੂੰ ਲੱਗਿਆ ਸਥਿਤੀ ਜਾਂ ਉਹਨਾਂ ਦੀ ਐਡਵਾਈਜ਼ਰੀ ਕਮੇਟੀ ਨੇ ਜਿਵੇਂ ਐਡਵਾਈਜ਼ ਕੀਤਾ ਉਸ ਨੂੰ ਲੈ ਕੇ ਬਿਲਕੁਲ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਕੋਈ ਨਾ ਕੋਈ ਜ਼ਰੂਰ ਇਸ ਤੇ ਕੋਈ ਕਦਮ ਚੁੱਕਣਗੇ। ਸਰ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸਾਡੀ ਇਹੀ ਕੋਸ਼ਿਸ਼ ਸੀ ਕਿ ਆਮ ਲੋਕਾਂ ਦੀਆਂ ਗੱਲਾਂ, ਵਪਾਰੀਆਂ ਦੇ ਜਿਹੜੇ ਪੁਆਇੰਟਸ ਨੇ ਜਾਂ ਮੁੱਦੇ ਨੇ, ਇਸ਼ੂਜ਼ ਨੇ, ਉਹ ਤੁਹਾਡੇ ਤੱਕ ਪਹੁੰਚਣ, ਸਰਕਾਰ ਤੱਕ ਪਹੁੰਚੇ। ਉਮੀਦ ਕਰਾਂਗੇ ਕਿ ਜਲਦੀ ਉਹਨਾਂ ਨੂੰ ਕੋਈ ਨਾ ਕੋਈ ਪਲਾਨ ਜਾਂ ਕੋਈ ਹੱਲ ਜ਼ਰੂਰ ਤੁਹਾਡੇ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਜਾਏਗਾ। ਤਾਂ ਬਹੁਤ ਸਾਰੀਆਂ ਦਿੱਕਤਾਂ ਨੇ, ਪਰ ਇਸ ਸਭ ਦੇ ਵਿਚਾਲੇ ਸਰਕਾਰ ਦੁਕਾਨਦਾਰਾਂ ਤੋਂ, ਪੰਜਾਬ ਦੇ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ ਕਿ ਇਹ ਬਹੁਤ ਔਖਾ ਸਮਾਂ, ਖਾਸ ਤੌਰ ਤੇ ਸਤੰਬਰ ਅਕਤੂਬਰ ਜੋ ਪੀਕ ਸਮਾਂ ਕਿਹਾ ਜਾ ਰਿਹਾ ਹੈ, ਕਿ ਅਸੀਂ ਇਹ ਹੋਰ 15-20 ਦਿਨ ਕੱਢ ਲਏ ਤਾਂ ਦਿੱਕਤ ਖਤਮ ਹੋਣ ਦੀ ਬਹੁਤ ਉਮੀਦ ਹੈ। ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਮਹਿਮਾਨਾਂ ਦਾ ਤੇ ਇਸ ਦੇ ਨਾਲ ਮੇਰੇ ਸਹਿਯੋਗੀਆਂ ਦਾ ਵੀ। ਅਸੀਂ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਸਾਡੇ ਦਰਸ਼ਕਾਂ ਦੀ ਕੀ ਰਾਏ ਹੈ ਇਸ ਵਿਰੋਧ ਦੇ ਉੱਤੇ। ਤਾਂ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਆਪਣੇ ਦਰਸ਼ਕਾਂ ਤੋਂ ਸਵਾਲ ਪੁੱਛਿਆ ਸੀ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਕੀ ਜਾਇਜ਼ ਹੈ, ਕਿਉਂਕਿ ਖੁੱਲੀ ਬਗਾਵਤ ਇੱਕ ਤਰੀਕੇ ਨਾਲ ਦੁਕਾਨਦਾਰਾਂ ਦੀ ਨਜ਼ਰ ਆਈ ਹੈ। ਤੇ ਇਸ ਵਿਚਾਲੇ ਸਾਡੇ ਕੋਲ ਭਰਪੂਰ ਹੁੰਗਾਰਾ ਤੁਹਾਡਾ ਮਿਲਿਆ, ਬਹੁਤ ਸਾਰੇ SMS ਸਾਡੇ ਕੋਲ ਪਹੁੰਚੇ ਨੇ ਤੇ ਇਸ ਵਿਚਾਲੇ ਜੋ ਜਵਾਬ, ਜੋ ਰਾਏ ਸਾਡੇ ਦਰਸ਼ਕਾਂ ਦੀ ਹੈ ਉਹ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਸਵਾਲ ਸੀ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਕੀ ਜਾਇਜ਼ ਹੈ? ਇਸ ਦੇ ਲਈ ਤੁਸੀਂ ਆਪਣੇ ਜਵਾਬ ਸਾਡੇ ਤੱਕ ਭੇਜੇ 56677 ਦੇ ਉੱਤੇ ਤੇ ਹੁਣ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਾਡੇ ਦਰਸ਼ਕਾਂ ਦੀ ਰਾਏ। ਉਮੀਦ ਕਰਾਂਗੇ ਕਿ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਪਹੁੰਚੇ ਇਹ ਰਾਏ ਕਿ ਵੀਕਐਂਡ ਲਾਕਡਾਊਨ ਦਾ ਵਿਰੋਧ ਜਾਇਜ਼ ਹੈ। 82% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਜੀ ਹਾਂ ਵਿਰੋਧ ਜਾਇਜ਼ ਹੈ, ਜਦਕਿ 18% ਨੂੰ ਅਜਿਹਾ ਨਹੀਂ ਲੱਗਦਾ। ਯਾਨੀ ਕਿ ਜ਼ਿਆਦਾਤਰ ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਹਾਂ ਵਿਰੋਧ ਜਾਇਜ਼ ਹੈ, ਯਾਨੀ ਕਿ ਉਹ ਵੀਕਐਂਡ ਲਾਕਡਾਊਨ ਦਾ ਵਿਰੋਧ ਕਰ ਰਹੇ ਨੇ। ਤੇ ਫਿਲਹਾਲ ਇਜਾਜ਼ਤ ਦਿਓ, ਧੰਨਵਾਦ।